बोले सोने हाल सासरी अकाल। Manspal Jali, हमेशा की तरह every Monday 6 to 7 a special show about immigration इकबाल दीप जी ਨਾਲ जो professional immigration ਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਨਾ ਸ਼ੋ ਸ਼ੁਰੂ ਤੋਂ ਪਹਿਲਾਂ ਬਿਫੋਰ ਮੈਂ ਇਕਬਾਲ ਦੀਪ ਜੀ ਨੂੰ ਇਨਵਾਈਟ ਕਰਾਂ ਕਿਸੇ ਤਰ੍ਹਾਂ ਦਾ ਤੁਹਾਨੂੰ ਸਵਾਲ ਹੈਗਾ ਬਿਕੋਜ਼ ਯੂ نو ਹੁਣ ਜਿਹਦਾ ਕੋਵਿਡ ਹੌਲੀ ਹੌਲੀ ਖਤਮ ਹੋ ਰਿਹਾ ਆਪਣੀ ਰਿਸਟ੍ਰਿਕਸ਼ਨ ਈਜ਼ ਹੋ ਜਾਏਗੀ 17 ਤਰੀਕ ਤੋਂ ਬਾਅਦ ਪ੍ਰਾਈਮ ਮਿਨਿਸਟਰ ਨੇ ਦੱਸਣਾ ਕਿ ਕੀ ਕੁਝ ਖੁੱਲ੍ਹ ਰਿਹਾ ਕਾਫੀ ਖੁੱਲ੍ਹ ਜਾਏਗਾ ਤੋ ਦੇਰ ਆਰ ਲੋਟ ਆਫ ਅਪਰਚੁਨਿਟੀਜ਼ ਸਪੈਸ਼ਲੀ ਇਨ ਦ ਮੈਡੀਕਲ ਫੀਲਡ ਦੇ ਵਿੱਚ ਤੇ ਮੈਂ ਚਾਹਾਂਗਾ ਕਿ ਪਲੀਜ਼ ਤੁਸੀਂ ਧਿਆਨ ਦੇ ਨਾਲ ਪ੍ਰੋਗਰਾਮ ਦੇਖੋ ਔਰ ਕਿਸੇ ਤਰ੍ਹਾਂ ਦੇ ਸਵਾਲ ਹੈਗਾ 0121551001 ਤੇ ਕਾਲ ਕਰਕੇ ਤੁਸੀਂ ਆਪਣਾ ਨਾਮ ਛੱਡ ਦਿਓ ਤੇ ਇਕਬਾਲਦੀਪ ਜੀ ਤੁਹਾਨੂੰ ਕਾਲ ਕਰਨਗੇ ਜੋ ਨੰਬਰ ਸਕਰੀਨ ਉੱਪਰ ਹੈਗਾ ਵੈਰੀ ਇੰਪੋਰਟੈਂਟ ਨਵੀਂ ਤੋਂ ਨਵੀਂ ਰੂਲਿੰਗ ਐਵਰੀ ਵੀਕ ਨਿਕਲਦੀ ਆ ਅਕਾਲ ਚੈਨਲ ਹਮੇਸ਼ਾ ਕੋਸ਼ਿਸ਼ ਕਰਦੀ ਕਿ ਸਭ ਤੋਂ ਪਹਿਲਾਂ ਅੱਛੀ ਨਿਊਜ਼ ਤੁਹਾਡੇ ਪਾਸ ਲੈ ਕੇ ਆਈਏ ਤੇ ਅੱਜ ਦਾ ਮੁੱਦਾ ਵੀ ਕਾਫੀ ਇੰਟਰਸਟਿੰਗ ਹੈ ਪਲੀਜ਼ ਤੁਸੀਂ ਵਾਚ ਕਰਿਓ ਟੈਲੀਫੋਨ ਨੰਬਰ ਇੱਕ ਦਫਾ ਫਿਰ ਰਿਪੀਟ ਕਰਦਾ 0121551001 ਜੋ ਹਮੇਸ਼ਾ ਸਕਰੀਨ ਉੱਪਰ ਨੰਬਰ ਡਿਸਪਲੇ ਹੁੰਦਾ ਹੈ ਇਕਬਾਲਦੀਪ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਥੈਂਕ ਯੂ ਸੋ ਮਚ ਥੋੜਾ ਜਿਹਾ ਹੁਣ 17 ਤਰੀਕ ਤੋਂ ਬਾਅਦ ਕੋਈ ਬਹਾਨਾ ਨਹੀਂ ਫਿਰ ਸਟੂਡੀਓ ਆਉਣਾ ਪਿਆ ਕਰੇਗਾ ਤੁਹਾਨੂੰ ਹਾਂਜੀ ਜਦੋਂ ਵੀ ਟਾਈਮ ਲੱਗਦਾ ਮੈਂ ਟਰਾਈ ਕਰਦਾ ਹੁੰਦਾ ਹਮੇਸ਼ਾ ਆਉਣ ਦੀ ਤੇ ਕਦੀ ਡਿਫਿਕਲਟ ਹੋ ਜਾਂਦਾ ਥੋੜਾ ਡਿਸਟੈਂਸ ਹੋਣ ਕਰਕੇ ਥੋੜੀਆਂ ਕੰਮ ਟੂ ਰਿਸਪੌਂਸਿਬਿਲਿਟੀਜ਼ ਹੋਣ ਕਰਕੇ ਇਟ ਜਸਟ ਬਿਕਮਸ ਸਮਟਾਈਮਸ ਡਿਫਿਕਲਟ ਬਟ 17 ਤੋਂ ਬਾਅਦ ਪੂਰੀ ਜਦੋਂ ਸਟੂਡੀਓ ਹੁੰਦੇ ਫਿਰ ਅਸੀਂ ਕਾਲ ਲੈ ਸਕਦੇ ਹਾਂ ਤੇ ਹੋਰ ਗੱਲਬਾਤ 1 to 1 ਹੁੰਦੀ ਹੈ ਨਾ ਬੜਾ ਮਜ਼ਾ ਆਉਂਦਾ ਗੱਲ ਕਰਨ ਦਾ ਜੀ ਬਿਲਕੁਲ ਕੋਈ ਨਹੀਂ ਜਿਹੜੀਆਂ ਕਾਲ ਆਉਣਗੀਆਂ ਤੁਸੀਂ ਮੈਨੂੰ ਟ੍ਰਾਂਸਫਰ ਕਰ ਸਕਦੇ ਡੇਟਾ ਔਰ ਰਿੰਗ them straight away ਬਿਲਕੁਲ ਮੈਂ ਖਾਸੀਅਤ ਦੱਸਾਂ ਇਕਬਾਲਦੀਪ ਜੀ ਜਦੋਂ ਇਹਨਾਂ ਨੂੰ ਕਾਲ ਹੈ ਨਾ ਜਦੋਂ ਸ਼ੋਅ ਖਤਮ ਹੁੰਦਾ ਇਮੀਡੀਏਟਲੀ ਦਿੱਤੇ ਜਾਂਦੇ ਨੇ ਔਰ ਮੈਂ ਲਾਸਟ ਫਿਊ ਵੀਕਾਂ 'ਚ ਦੇਖਦਾ ਕਾਫੀ ਦੇਰ ਦਾ ਇਕਬਾਲਦੀਪ ਜੀ ਸੇਮ ਨਾਈਟ ਅੱਜ ਹੀ ਰਾਤ ਨੂੰ ਆਪਣੇ ਕਾਲ ਕਰਨੇ ਸ਼ੁਰੂ ਕਰ ਦਿੰਦੇ ਨੇ ਹੀ ਡਜ਼ ਨਾਟ ਇਵਨ ਵੇਸਟ ਅ ਡੇ ਅਗਰ ਜੇ ਤੁਹਾਡਾ ਸੋਲਿਸਿਟਰ ਇੱਦਾਂ ਦਾ ਹੈਗਾ ਆਪਣਾ ਦਿਨ ਨਹੀਂ ਖਰਾਬ ਕਰਦਾ ਤੇ ਮੈਂ ਵੀ ਚਾਹਾਂਗਾ ਕਿ ਤੁਸੀਂ ਵੀ ਵੇਸਟ ਨਾ ਕਰੋ ਸੀਰੀਅਸ ਕੰਮ ਹੁੰਦਾ ਵਕੀਲ ਦੇ ਥਰੂ ਕੰਮ ਕਰਾਵੋ ਔਰ ਡੋਂਟ ਲੀਵ ਇਟ ਟਿਲ ਟਮੋਰੋ ਜਾਂ ਡੇ ਆਫਟਰ ਟਮੋਰੋ ਕੁਛ ਨਾ ਕੁਛ ਬਦਲਾਅ ਹੋ ਜਾਂਦਾ ਇਕਬਾਲਦੀਪ ਜੀ ਮੇਰੇ ਪਾਸ ਸਵਾਲ ਤਾਂ ਹੈਗੇ ਦੋ ਤਿੰਨ ਮੈਂ ਬਿਫੋਰ ਪੁੱਛਣ ਤੋਂ ਪਹਿਲਾਂ ਕੋਈ ਮੈਂ ਪੁੱਛ ਹੀ ਲੈਣਾ ਜਿਹੜੇ ਇੰਡੀਆ ਯੂਕੇ ਦੀ ਮਾਈਗ੍ਰੇਸ਼ਨ ਡੀਲ ਹੈਗੀ ਆ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਕਿ ਤੁਸੀਂ ਆਪਣੇ ਸਿਟੀਜ਼ਨ ਜਿਹੜੇ ਲੀਗਲ ਯੂਕੇ 'ਚ ਹੈਗੇ ਤੁਸੀਂ ਵਾਪਸ ਲੈ ਲਓ ਇਨ ਰਿਟਰਨ ਉਹ ਪ੍ਰੋਫੈਸ਼ਨਲ ਲੋਕਾਂ ਨੂੰ ਵੀਜ਼ਾ ਦੇਣਗੇ ਬਸ 3000 ਬੰਦਿਆਂ ਨੂੰ ਉਹਦੇ ਬਾਰੇ ਮੈਨੂੰ ਥੋੜ੍ਹਾ ਡਿਟੇਲ 'ਚ ਦੱਸੋਗੇ ਜੀ ਇਹ ਬੜਾ ਇੰਪੋਰਟੈਂਟ ਸਵਾਲ ਸੀਗਾ ਤੇ ਮੈਨੂੰ ਪਤਾ ਸੀ ਤੁਸੀਂ ਇਹ ਪੁੱਛੋਗੇ ਮੈਨੂੰ ਤੇ ਮੈਂ ਕਾਫੀ ਇਨਫੋਰਮੇਸ਼ਨ ਇਹਦੀ ਮੈਂ ਸਟੱਡੀ ਕੀਤੀ ਹੈਗੀ ਆ ਬੇਸਿਕਲੀ ਇਹ 4 ਮਈ ਨੂੰ ਇਹਦੀ ਇਹਨਾਂ ਨੇ ਇੱਕ ਡੀਲ ਸਾਈਨ ਕੀਤੀ ਹੈਗੀ ਆ ਜਿਹੜੀ ਇੱਥੇ ਦੀ ਹੋਮ ਸੈਕਟਰੀ ਹੈਗੀ ਤੇ ਆਪਣਾ ਜਿਹੜੇ ਇੰਡੀਆ ਦੇ ਹਾਈ ਕਮਿਸ਼ਨਰ ਜਿਹੜੇ ਰੈਪਰੈਜ਼ੈਂਟੇਟਿਵ ਜਿਹੜੇ ਹੈਗੇ ਇੰਡੀਅਨ ਹਾਈ ਕਮਿਸ਼ਨ ਦੇ ਵਿੱਚ ਜਿਹਦੇ ਵਿੱਚ ਮੋਬਿਲਿਟੀ ਐਂਡ ਮਾਈਗ੍ਰੇਸ਼ਨ ਦੇ ਵਿੱਚ ਇਹਨਾਂ ਨੇ ਜਿਹੜੀ ਉਹਦੇ ਵਿੱਚ ਇਹਨਾਂ ਨੇ ਡੀਲ ਸਾਈਨ ਕੀਤੀ ਹੈਗੀ ਆ ਜਿੱਦਾਂ ਤੁਸੀਂ ਉਹਨੇ ਦੱਸਿਆ ਹੈਗਾ ਵੀ ਬੇਸਿਕਲੀ ਕਾਫੀ ਦੇਰ ਦੇ ਵਿੱਚ ਉਹਨਾਂ ਦੀ ਇੱਕ ਮਿਸਅੰਡਰਸਟੈਂਡਿੰਗ ਤੇ ਇਹਨਾਂ ਦੀ ਆਪਸ ਦੇ ਵਿੱਚ ਥੋੜੀ ਜਿਹੀ ਟਕਰਾਵ ਹੁੰਦਾ ਸੀਗਾ ਕਿਉਂਕਿ ਜਿਹੜੀ ਰਿਮੂਵਲ ਹੈਗੀ ਆ ਅਨਡਾਕੂਮੈਂਟਡ ਆਪਣੇ ਭੈਣ ਭਰਾ ਜਿਹੜੇ ਰਹਿੰਦੇ ਹੈਗੇ ਆ ਤੇ ਉਹਨਾਂ ਦੀ ਰਿਮੂਵਲ ਦੇ ਵਿੱਚ ਇੰਡੀਆ ਨੂੰ ਬੜੀ ਪ੍ਰੋਬਲਮ ਆਉਂਦੀ ਸੀਗੀ ਕਿਉਂਕਿ ਇਹਨਾਂ ਦੀ ਕੋਈ ਪਰਸਨਲ ਕੋਈ ਡੀਲ ਨਹੀਂ ਸੀਗੀ ਇੱਦਾਂ ਦੀ ਜਿਹਦੇ ਵਿੱਚ ਇੱਕ ਕੰਟਰੀ ਆ ਜਿਹੜੀ ਇੱਕ ਦੂਜੇ ਯੂਕੇ ਤੇ ਇੰਡੀਆ ਦੇ ਵਿੱਚ ਇਹਨੂੰ ਕਿੱਦਾਂ ਫਾਸਟ ਟਰੈਕ ਕੀਤਾ ਜਾਵੇ ਵੀ ਉਹਦੇ ਵਿੱਚ ਬੈਰੀਅਰਸ ਕੀ ਸੀਗੇ ਕਿੱਦਾਂ ਉਹਨਾਂ ਨੂੰ ਘਟਾਏ ਜਾਣ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਦੇਰ ਦੇ ਵਿੱਚੋਂ ਇਹ ਪ੍ਰੋਬਲਮ ਆ ਰਹੀ ਸੀਗੀ ਵੀ ਇਹਨਾਂ ਦੇ ਆਫੀਸ਼ੀਅਲ ਲੈਵਲਸ ਗਵਰਨਮੈਂਟ ਲੈਵਲਸ ਦੇ ਉੱਤੇ ਤੇ ਲੇਟਲੀ ਇਹਨੂੰ ਅਸੀਂ ਇੱਕ ਬ੍ਰੈਕਜ਼ਿਟ ਦਾ ਇੱਕ ਕਹਿ ਸਕਦੇ ਹੈਗੇ ਕਨਸੀਕੁਐਂਸ ਵੀ ਬ੍ਰੈਕਜ਼ਿਟ ਕਰਕੇ ਕਾਫੀ ਜਿਹੜੀਆਂ ਆਊਟਸਾਈਡ EU ਜਿਹੜੀਆਂ ਕੰਟਰੀਜ਼ ਹੈਗੀਆਂ ਜਿਹੜੀ ਇੱਥੇ ਦੀ ਗਵਰਨਮੈਂਟ ਜਿਹੜੀ ਹੈਗੀ ਉਹਨਾਂ ਦੇ ਨਾਲ ਕਾਫੀ ਦੂਰ ਤੱਕ ਟਾਈ ਅਪਸ ਕਰਦੀ ਪਈ ਹੈਗੀ ਆ ਉੱਥੋਂ ਦੀ ਲੇਬਰ ਫੋਰਸ ਹੋ ਗਈ ਇਹਨਾਂ ਦੀ ਮਾਈਗ੍ਰੇਸ਼ਨ ਦੇ ਵਿੱਚ ਈਜ਼ੀ ਹੋਵੇ ਇੱਥੇ ਕੰਮ ਕਰਨ ਦੀ ਕੋਈ ਪ੍ਰੋਬਲਮ ਨਾ ਆਵੇ ਜਿਹਦਾ ਇੱਕ ਪਾਰਟ ਹੈਗਾ ਵੀ ਇੰਡੀਆ ਦੇ ਨਾਲ ਜਿਹੜੀ ਇਹਨਾਂ ਨੇ ਹੁਣ ਡੀਲ ਸਾਈਨ ਕੀਤੀ ਹੈਗੀ ਆ ਤੇ ਇਹਦੇ ਵਿੱਚ ਚੰਗੀ ਵੀ ਹੈਗੀ ਆ ਕਈਆਂ ਵਾਸਤੇ ਤੇ ਕੁਝ ਥੋੜੀ ਜਿਹੀ ਇਹਦੇ ਵਿੱਚ ਕਈਆਂ ਲਈ ਨਹੀਂ ਵੀ ਚੰਗੀ ਚੰਗੀ ਇਸ ਵਜੋਂ ਹੈਗੀ ਆ ਵੀ ਇੰਡੀਆ ਦੇ ਵਿੱਚੋਂ ਇਹਨਾਂ ਨੇ ਜਿੱਦਾਂ ਇੱਕ ਸਕੀਮ ਸ਼ੁਰੂ ਕੀਤੀ ਹੈਗੀ ਆ ਜਿਹਨੂੰ ਉਹਨਾਂ ਨੇ ਯੂਥ ਮੋਬਿਲਿਟੀ ਦਾ ਨਾਮ ਦਿੱਤਾ ਹੈਗਾ ਵੀ ਜਿਹੜੀ ਇੱਕ ਸਕੀਮ ਚਲਾਈ ਹੈਗੀ ਜਿਹਦੇ ਵਿੱਚ ਉਹਨਾਂ ਨੇ ਯੰਗ ਪ੍ਰੋਫੈਸ਼ਨਲ ਸਕੀਮ ਜਿਹੜੀ ਆ ਉਹਦੇ ਵਿੱਚ ਇੰਡੀਆ ਦੇ ਵਿੱਚੋਂ ਇਹਨਾਂ ਨੇ ਕਿਹਾ ਹੈਗਾ ਵੀ ਅਸੀਂ 18 ਤੋਂ ਲੈ ਕੇ 30 ਸਾਲ ਦੇ ਜਿਹੜੇ ਵੀ ਹੈਗੇ ਆ ਉੱਥੇ ਪ੍ਰੋਫੈਸ਼ਨਲਸ ਜਿਹੜੇ ਹੈਗੇ ਆ IT ਦੇ ਵਿੱਚ ਹੋ ਗਏ ਜਾਂ ਕੋਈ ਵੀ ਹੋਰ IT ਜਿੱਦਾਂ ਪ੍ਰੋਫੈਸ਼ਨਲਸ ਹੋ ਗਏ ਉਹਨਾਂ ਨੂੰ ਇਹਨਾਂ ਨੇ ਇੱਥੇ ਲੈ ਕੇ ਆਉਣਾ ਇਨ ਰਿਟਰਨ ਇਹਨਾਂ ਨੇ ਕੀ ਕਿਹਾ ਹੈਗਾ ਵੀ ਜਿਹੜੇ ਇੱਥੇ ਅਨਡਾਕੂਮੈਂਟ ਆਪਣੇ ਭੈਣ ਭਰਾ ਰਹਿੰਦੇ ਹੈਗੇ UK ਦੇ ਵਿੱਚ ਉਹਨਾਂ ਦੀ ਜਿਹੜੀ ਰਿਮੂਵਲ ਹੈਗੀ ਆ ਇੰਡੀਆ ਵਾਪਸ ਜੇ ਉਹ ਅਨਡਾਕੂਮੈਂਟਡ ਹੋ ਗਿਆ ਕਿਸੇ ਰੀਜ਼ਨ ਤੋਂ ਫੋਰ ਐਗਜ਼ਾਮਪਲ
ਓਵਰਸਟੇ ਕਰਕੇ ਹੈਗੇ ਆ, ਇਲੀਗਲੀ ਇੱਥੇ ਰਹਿੰਦੇ ਹੈਗੇ ਆ, ਜਾਂ ਕਿਸੇ ਕਾਰਨ ਤੋਂ ਉਹਨਾਂ ਕੋਲ ਡਾਕੂਮੈਂਟੇਸ਼ਨ ਨਹੀਂ ਹੈਗੀ। ਚਲੋ ਸਾਰਿਆਂ ਲਈ ਅਸੀਂ ਇਹੀ ਅਰਦਾਸ ਕਰਦੇ, ਸਾਰੇ ਦੇ ਇੱਥੇ ਕਾਗਜ਼ ਹੋਣ, ਸਿੱਧੇ ਹੋਣ, ਸਾਰੇ ਆਪਣੇ ਡਾਕੂਮੈਂਟਡ ਹੋਣ, ਸਾਰੇ ਲੀਗਲ ਸਟੇ ਹੋਵੇ ਇੱਥੇ, ਚਲੋ ਆਪਣੀ ਲਾਈਫ ਜਿਹੜੀ ਹੈਗੀ ਆ ਪੀਸਫੁਲੀ ਇੱਥੇ ਰਹਿ ਸਕਣ ਸਾਰੇ। ਪਰ ਜਿਹੜੇ ਕਦੀ ਕੋਈ ਹਰ ਇੱਕ ਚੀਜ਼ ਕਾਨੂੰਨ ਦੇ ਨਾਲ ਬੰਨੀ ਹੈਗੀ ਆ, ਅਤੇ ਜੇ ਕੋਈ ਵੀ ਆਪਣਾ ਭੈਣ ਭਰਾ ਇੱਥੇ ਜੇ ਕੱਚੇ ਤੌਰ 'ਤੇ ਜੇ ਰਹਿ ਰਿਹਾ ਹੈਗਾ ਜਾਂ ਅਨਡਾਕੂਮੈਂਟਡ ਹੈਗਾ ਆ, ਉਸ ਡੀਲ ਦੇ ਵਿੱਚ ਉਹ ਜੇ ਉਹਨਾਂ ਦੀ ਨੈਸ਼ਨੈਲਿਟੀ ਜਿਹੜੀ ਹੈਗੀ ਆ ਉਹ ਐਸਟੈਬਲਿਸ਼ ਹੋ ਚੁੱਕੀ ਹੈਗੀ ਆ ਕੁਇਕਲੀ, ਫੋਰ ਐਗਜ਼ਾਮਪਲ ਜੇ ਉਹਨਾਂ ਦੀ ਕੋਈ ਵੀ ਆਈਡੈਂਟੀਫਿਕੇਸ਼ਨ ਉਹਨਾਂ ਕੋਲ ਹੈਗੀ ਆ, ਅਤੇ ਫਿਰ ਇੰਡੀਅਨ ਗਵਰਨਮੈਂਟ ਜਿਹੜੀ ਹੈਗੀ ਆ ਉਹ ਅੰਡਰ ਦ ਡੀਲ ਉਹਨਾਂ ਦੇ ਉੱਤੇ ਓਬਲੀਗੇਸ਼ਨ ਹੈਗੀ ਆ ਵੀ ਉਹ ਤੁਹਾਨੂੰ ਉਹਨਾਂ ਨੂੰ ਜਿਹੜੀ ਉਹਨਾਂ ਦਾ ਜਿਹੜਾ ਰਿਟਰਨ ਹੈਗਾ ਇੰਡੀਆ ਦੇ ਵਿੱਚ, ਜਿਹੜਾ ਉਹਨਾਂ ਦੇ ਵਾਪਸ ਭੇਜਣ ਦਾ ਜਿਹੜਾ ਕ੍ਰਾਈਟੀਰੀਆ ਹੈਗਾ ਆ, ਅਤੇ ਉਹ ਉਹਨੂੰ ਫਾਸਟ ਟਰੈਕ ਉਹਦੇ ਵਿੱਚ ਉਹਨਾਂ ਨੂੰ ਮੰਨਣਾ ਪੈਣਾ ਹੈਗਾ ਆ। ਅਤੇ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਵੀ ਐਜ਼ ਲੌਂਗ ਐਜ਼ ਵੀ ਜਿਹੜੀ ਇੱਥੇ ਦੀ ਗਵਰਨਮੈਂਟ ਜਿਹੜੀ ਹੈਗੀ ਆ ਸੈਟਿਸਫੈਕਟਰੀ ਉਹਨਾਂ ਨੂੰ ਐਵੀਡੈਂਸ ਦੇਵੇ ਵੀ ਇਹ ਬੰਦਾ ਇੰਡੀਅਨ ਨੈਸ਼ਨਲ ਹੈਗਾ ਆ। ਜਿੱਦਾਂ ਫੋਰ ਐਗਜ਼ਾਮਪਲ ਉਹਨਾਂ ਨੇ ਕ੍ਰਾਈਟੀਰੀਆ ਬਣਾਇਆ ਹੈਗਾ ਵੀ ਕਿਹੜੇ ਡਾਕੂਮੈਂਟੇਸ਼ਨ ਜਿਹੜੇ ਹੈਗੇ ਆ ਉਹ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੈਗੇ ਹੋ UK ਦੀ ਗਵਰਨਮੈਂਟ ਜਿਹੜੀ ਹੈਗੀ ਆ ਉੱਧਰ ਨੂੰ, ਅਤੇ ਉਹਨਾਂ ਨੂੰ ਆਪਣੇ ਇੰਡੀਅਨ ਗਵਰਨਮੈਂਟ ਦਿਖਾ ਕੇ ਉਹਨਾਂ ਨੂੰ ਜੇ ਸੈਟਿਸਫਾਈ ਕਰ ਦੂਗੀ ਵੀ ਇਹ ਤੁਹਾਡਾ ਇੰਟਰਨੈਸ਼ਨਲ ਹੈਗਾ, ਇਹ ਅਨਡਾਕੂਮੈਂਟਡ ਹੈਗਾ, ਇੱਥੇ ਕੱਚੇ ਤੌਰ 'ਤੇ ਜੇ ਰਹਿ ਰਿਹਾ ਹੈਗਾ, ਅਤੇ ਉਹਦੇ ਲਈ ਫਿਰ ਉਹ ਜਿਹੜੀ UK ਆਪਣੇ ਇੰਡੀਅਨ ਗਵਰਨਮੈਂਟ ਜਿਹੜੀ ਹੈਗੀ ਆ ਉਹਨਾਂ ਉੱਤੇ ਅੰਡਰ ਦ ਡੀਲ ਓਬਲੀਗੇਸ਼ਨ ਹੋ ਜਾਣੀ ਉਹਨਾਂ ਨੂੰ ਐਕਸੈਪਟ ਕਰਨ ਦੀ। ਅਤੇ ਇਹ ਇੱਕ ਡਾਊਨ ਸਾਈਡ ਹੈਗੀ ਜੇ ਪਰ ਇਹਦੇ ਵਿੱਚ ਇਹ ਆ ਵੀ ਜਿਹੜੇ ਇਹ ਬੇਸਿਕਲੀ ਜਿਹੜਾ ਇਲੀਗਲ ਮਾਈਗ੍ਰੇਸ਼ਨ ਜਿਹੜੀ ਹੈਗੀ ਜਾਂ ਜਿਹੜੇ ਇੱਥੇ ਲੀਗਲ ਜਿਹੜੇ ਕੱਚੇ ਤੌਰ 'ਤੇ ਜਿਹੜੇ ਰਹਿ ਰਹੇ ਹੈਗੇ ਉਹਨਾਂ ਤੋਂ ਇਹ ਚੀਜ਼ ਅਫੈਕਟ ਕਰੇਗੀ। ਅਤੇ ਪਲੱਸ ਇਹਨਾਂ ਨੇ ਜਿਹੜੀ ਨੈਗੋਸ਼ੀਏਸ਼ਨ ਜਿਹੜੀ ਕੀਤੀ ਹੈਗੀ ਆ ਵੀ ਜਿਹੜੇ ਇੰਡੀਆ ਦੇ ਵਿੱਚੋਂ ਉਹਨਾਂ ਨੇ ਲਿਆਉਣ ਨੂੰ ਕਿਹਾ ਹੈਗਾ ਵੀ ਅਸੀਂ ਇੰਡੀਆ ਦੇ ਵਿੱਚੋਂ ਆਉਣ ਦੇਵਾਂਗੇ ਪ੍ਰੋਫੈਸ਼ਨਲਸ ਨੂੰ ਜਿਹੜੇ ਕਿ ਇੱਥੇ ਆ ਕੇ ਉਹ ਇੱਥੇ ਆਪਣਾ ਕੰਮ ਕਰ ਸਕਦੇ ਹੈਗੇ ਆ, ਪਰ ਇਨ ਰਿਟਰਨ ਉਹਨਾਂ ਨੇ ਇਹਨਾਂ ਕੋਲ ਜਿੱਦਾਂ ਡੀਲ ਦੇ ਅੰਡਰ ਇਹ ਸਾਈਨ ਕਰਾਇਆ ਹੈਗਾ ਵੀ ਤੁਸੀਂ ਜਿਹੜੇ ਇੱਥੇ ਤੁਹਾਡੇ ਕੋਲ ਇੱਥੇ UK ਦੇ ਵਿੱਚ ਬੰਦੇ ਅਨਡਾਕੂਮੈਂਟਡ ਰਹਿੰਦੇ ਹੈਗੇ ਆ, ਅਤੇ ਉਹਨਾਂ ਨੂੰ ਆਪਣਾ ਇੰਡੀਆ ਜਾਣ ਦਾ ਜਿਹੜੀ ਡਾਕੂਮੈਂਟੇਸ਼ਨ ਹੈਗੀ ਉਹਦੇ ਵਿੱਚ ਜਿਹੜੀ ਇੰਡੀਅਨ ਗਵਰਨਮੈਂਟ ਜਿਹੜੀ ਹੈਗੀ ਉਹਨਾਂ ਨੂੰ UK ਗਵਰਨਮੈਂਟ ਨੂੰ ਕੋਆਪਰੇਟ ਕਰੇ, ਅਤੇ ਫਾਸਟ ਟਰੈਕ ਸਿਸਟਮ ਦੇ ਉੱਤੇ, ਜਿਹਦੇ ਵਿੱਚ ਉਹਨਾਂ ਨੇ ਇੱਕ ਟਾਈਮ ਸਕੇਲ ਵੀ ਦਿੱਤਾ ਹੈਗਾ। ਉਹਦੇ ਵਿੱਚ ਇਹ ਕਿਹਾ ਹੈਗਾ ਵੀ ਜਦੋਂ ਉਹ ਐਪਲੀਕੇਸ਼ਨ ਇੱਥੋਂ ਦੀ ਜਾਊਗੀ 20 ਦਿਨ ਹੈਗੇ ਆ ਉਹਦੇ ਵਿੱਚ ਉਹਨਾਂ ਨੂੰ ਰਿਸਪੌਂਸ ਕਰਨਾ ਹੈਗਾ ਆ ਜਿਹੜੀ ਇੰਡੀਅਨ ਗਵਰਨਮੈਂਟ ਜਿਹੜੀ ਹੈਗੀ ਆ। ਇਹ ਚੀਜ਼ ਉਹਨਾਂ ਨੇ ਕਹੀ ਹੈਗੀ ਜਿਹਦੇ ਵਿੱਚ ਉਹਨੂੰ ਫਾਸਟ ਟਰੈਕ ਕੀਤਾ ਜਾਊਗਾ, ਸਟ੍ਰੇਟਿਵ ਰਿਸਪੌਂਸ ਦਿੱਤਾ ਜਾਊਗਾ, ਅਤੇ 6 ਮਹੀਨੇ ਦੀ ਐਮਰਜੈਂਸੀ ਟਰੈਵਲ ਡਾਕੂਮੈਂਟਸ ਇਸ਼ੂ ਹੋ ਸਕਦੇ ਹੈਗੇ ਆ ਹਰ ਵੀ ਜੇ ਇੱਥੇ ਜਿਹੜੀ ਗਵਰਨਮੈਂਟ ਹੈਗੀ ਉੱਥੇ ਅਪਲਾਈ ਕਰੂਗੀ। ਇਹ ਚੀਜ਼ਾਂ ਉਹਨਾਂ ਨੇ ਡੀਲਸ ਦੇ ਵਿੱਚ ਲੈ ਕੇ ਆਉਂਦੀਆਂ ਹੈਗੀਆਂ, ਨੈਗੋਸ਼ੀਏਟ ਕੀਤਾ ਹੈਗਾ, ਅਤੇ ਇਹਦੇ ਵਿੱਚ ਜਿੱਦਾਂ ਮੈਂ ਐਕਸਪਲੇਨ ਕੀਤਾ ਹੈਗਾ ਚੰਗਾ ਵੀ ਹੈਗਾ ਮਾੜਾ ਵੀ ਹੈਗਾ। ਚਲੋ ਆਪਣੇ ਸਾਰੇ ਭੈਣ ਭਰਾ ਇੱਥੇ ਸੈੱਟ ਹੋਣ, ਅਸੀਂ ਤਾਂ ਇਹੀ ਅਰਦਾਸ ਕਰਦੇ ਹੈਗੇ। ਪਰ ਇਹ ਡੀਲ ਜਿਹੜੀ ਹੈਗੀ ਇਹ ਦੋਨੇ ਗਵਰਨਮੈਂਟਸ ਦੇ ਵਿੱਚ ਸਾਈਨ ਹੋ ਰਹੀ ਹੈ, ਅਤੇ ਇਹ ਜਿਹੜਾ 3000 ਦੀ ਜਿਹੜੀ ਲਿਮਿਟ ਜਿਹੜੀ ਹੈਗੀ ਆ ਉਹਨੂੰ ਵਧਾਇਆ ਵੀ ਜਾ ਸਕਦਾ ਹੈਗਾ ਵੀ ਇੱਦਾਂ ਹੀ ਜਿਹੜੀ ਜਿਹੜੇ UK ਦੇ ਜਿਹੜੇ ਕੋਈ ਵੀ ਇੱਥੇ ਪ੍ਰੋਫੈਸ਼ਨਲਸ ਜਿਹੜੇ ਹੈਗੇ 18 ਤੋਂ 30 ਸਾਲ ਦੇ ਵਿੱਚ ਉਹ ਇੰਡੀਆ ਜਾ ਕੇ ਕੰਮ ਕਰਨਾ ਚਾਹੁੰਦੇ ਹੈਗੇ ਆ ਵੀ ਮਲਟੀਨੈਸ਼ਨਲ ਕੰਪਨੀਜ਼ ਦੇ ਵਿੱਚ 2 ਸਾਲ ਦਾ ਉਹਨਾਂ ਨੇ ਕਿਹਾ 24 ਮਹੀਨੇ ਦਾ ਵਰਕ ਪਰਮਿਟ ਉਹਨਾਂ ਨੇ ਸਿਸਟਮ ਸ਼ੁਰੂ ਕੀਤਾ ਹੈਗਾ ਜਿਹਦੇ ਵਿੱਚ 3000 ਦੀ ਲਿਮਿਟ ਹੈਗੀ ਹੈ ਵਾਈਸ ਵਰਸਾ। ਅਤੇ ਇਹ ਇੱਕ ਤਰ੍ਹਾਂ ਦੀ ਇਹ ਜਿੱਦਾਂ ਪ੍ਰੋਫੈਸ਼ਨਲ ਯੂਥ ਸਕੀਮ ਹੈਗੀ ਆ ਜਿਹਦੇ ਵਿੱਚ ਇਹਨਾਂ ਨੇ ਨੈਗੋਸ਼ੀਏਸ਼ਨ ਦੇ ਵਿੱਚ ਐਕਸੈਪਟ ਆਪਣੀ ਇਹਨਾਂ ਨੂੰ ਇੰਪਲੀਮੈਂਟੇਸ਼ਨ ਦੇ ਵਿੱਚ ਲੈ ਕੇ ਆਉਣਾ ਹੈਗਾ ਆ। ਇਹ ਚੀਜ਼ ਹੈਗੀ ਆ, ਇਹ ਡੀਲ ਜਿਹੜੀ ਹੈਗੀ ਆ। ਅਤੇ ਇਕਬਾਲਦੀਪ ਜੀ, ਪਰ ਇੱਕ ਗੱਲ ਹੈਗੀ ਹੈ ਜਿੱਦਾਂ ਮੈਂ ਸ਼ੁਰੂ 'ਚ ਦੱਸਿਆ, ਟੈਲ ਮੀ ਕਰੈਕਟ ਮੀ ਇਫ ਆਮ ਰੋਂਗ, ਕਿ ਮੈਨੂੰ ਲੱਗਦਾ ਤਕਰੀਬਨ 100,000 ਇਲੀਗਲ ਇਮੀਗ੍ਰੈਂਟ ਹੈਗੇ ਨੇ ਇੱਥੇ। ਇਹ ਉਹਨਾਂ ਲਈ ਬੈਡ ਨਿਊਜ਼ ਹੈਗੀ ਹੈ ਬਿਕੋਜ਼ ਫਿਰ ਉੱਥੇ ਸਟ੍ਰਿਕਟ ਹੋਣਗੇ ਕਿਉਂਕਿ ਹੁਣ ਪ੍ਰੋਫੈਸ਼ਨਲ 3000 ਬੰਦਿਆਂ ਨੂੰ ਐਵਰੀ ਸਾਲ ਉਹਨਾਂ ਨੂੰ ਵੀਜ਼ਾ ਮਿਲਣਗੇ, ਅਗੇਂਸਟ 100,000 ਕੱਢ ਕੇ 3000 ਨੂੰ ਵੀਜ਼ਾ ਦੇਣਗੇ ਇੱਕ ਸਾਲ ਦੇ ਵਿੱਚ। ਪਰ ਆਪਣੀ ਜਿਹੜੀ ਯੂਨਾਈਟਿਡ ਕਿੰਗਡਮ ਤੇ ਫਾਇਦੇ 'ਚ ਹੋ ਜਾਏਗੀ ਬਿਕੋਜ਼ ਦੇ ਵਿਲ ਗੈਟ ਰਿਡ ਆਫ ਦੀ ਇਲੀਗਲ ਇਮੀਗ੍ਰੈਂਟਸ ਐਂਡ ਦੇ ਵਿਲ ਹੈਵ ਪ੍ਰੋਫੈਸ਼ਨਲਸ ਕਮਿੰਗ ਬੈਕ ਇਨਟੂ ਦ UK। ਇਹ ਬਹੁਤ ਟੈਕਨੀਕਲ ਸਵਾਲ ਹੈਗਾ, ਮੈਂ ਇੱਥੇ ਆਉਣਾ ਸੀਗਾ ਵੀ ਜਿਹੜੀ ਇਹਨਾਂ ਨੇ ਨੈਗੋਸ਼ੀਏਸ਼ਨਸ ਕੀਤੀ ਹੈਗੀ ਆ ਉਹਦੇ ਵਿੱਚ ਜਿੱਦਾਂ ਤੁਸੀਂ ਹੁਣੇ ਜਿੱਦਾਂ ਐਕਸਪਲੇਨ ਕੀਤਾ ਵੀ 3000 ਦੀ ਲਿਮਿਟ ਉੱਧਰੋਂ ਇੱਧਰ ਨੂੰ ਆਉਂਦੀ ਹੈਗੀ, ਪਰ ਇੱਧਰੋਂ ਦੀ ਅਨਲਿਮਿਟਿਡ ਲਿਮਿਟ ਹੈਗੀ, ਜਿੰਨੇ ਮਰਜ਼ੀ ਬੰਦੇ ਇਹ ਵਾਪਸ ਭੇਜ ਸਕਦੇ ਹੈਗੇ। ਫੋਰ ਐਗਜ਼ਾਮਪਲ ਜੇ ਕੋਈ ਵੀ 2 ਸਾਲ ਦੇ ਵਰਕ ਪਰਮਿਟ 'ਤੇ ਵੀ ਆਉਂਦਾ ਹੈਗਾ, ਜੇ ਉਹ ਵੀ ਓਵਰਸਟੇ ਕਰ ਜਾਂਦਾ ਹੈਗਾ ਜਾਂ ਜਦੋਂ ਲਾਅ ਨੂੰ ਬ੍ਰੀਚ ਕਰ ਦਿੰਦਾ ਹੈਗਾ ਤਾਂ ਉਹ ਵੀ ਰਿਸਕ 'ਤੇ ਹੈਗਾ, ਪਰ 2 ਸਾਲ ਹੋਏ ਨਹੀਂ ਅਤੇ ਤੁਹਾਨੂੰ ਉਹਨੂੰ ਵੀ ਤੁਸੀਂ ਵਾਪਸ ਭੇਜਣਾ ਈਜ਼ੀ ਹੋ ਜਾਵੇਗਾ ਕਿਉਂਕਿ ਇਹਨਾਂ ਦੀ ਡੀਲ ਹੈਗੀ ਆ ਇਹ ਵਾਲੀ। ਅਤੇ 3000 ਤੇ ਕੋਈ ਗੱਲ ਅਸੀਂ ਲਾਸਟ ਟਾਈਮ ਵੀ ਗੱਲ ਕੀਤੀ ਸੀਗੀ, ਉਹਨਾਂ ਨੇ 3000 ਵੀਜ਼ਾ ਕਰਨੇ ਨੇ ਸਾਲ ਦੇ ਪ੍ਰੋਫੈਸ਼ਨਲਸ। ਇਹ ਹੁਣ ਸਿਰਫ ਮੈਡੀਕਲ ਫੀਲਡ ਵਿੱਚ ਹੈਗੀ ਕਿ ਕਿਸੇ ਹੋਰ ਪ੍ਰੋਫੈਸ਼ਨ 'ਚ ਵੀ ਬੰਦੇ ਅਪਲਾਈ ਕਰ ਸਕਦੇ ਨੇ? ਨਹੀਂ, ਜਿਹੜੇ ਪ੍ਰੋਫੈਸ਼ਨਲਸ ਦੇ ਵਿੱਚ ਹੈਗੇ ਇਹ ਉਹਨਾਂ ਵਾਸਤੇ ਅਵੇਲੇਬਲ ਹੈਗੀ ਹੈ। ਜਿੱਦਾਂ ਇਹਨਾਂ ਨੇ ਪ੍ਰੋਫੈਸ਼ਨਲ ਸਕੀਮ ਕੱਢੀ ਹੈਗੀ ਹੈ ਯੰਗਸਟਰਸ ਵਾਸਤੇ, ਜਿਹੜੀ ਕਿ ਇਹਨਾਂ ਨੂੰ ਕੋਈ ਵੀ ਫੀਲਡ ਹੋ ਸਕਦਾ ਐਜ਼ ਲੌਂਗ ਐਜ਼ ਉਹ ਬੰਦੇ ਕੋਲ ਡਿਪਲੋਮਾ ਜਾਂ ਡਿਗਰੀ ਹੋਵੇ,
ਉਹਦੀ ਜਿਹੜੀ ਉਹਨੂੰ ਜੌਬ ਕਰਨੀ ਹੈਗੀ ਆ ਉਸ ਫੀਲਡ ਦੇ ਵਿੱਚ ਉਹਦੀ ਐਜੂਕੇਸ਼ਨ ਹੋਵੇ। ਤੇ ਇਹ ਵੀ ਅਸੀਂ ਕਹਿ ਸਕਦੇ ਹੈਗੇ ਉਹਦੀ ਹਾਲੇ ਪੂਰੀ ਇਹਦੀ ਇਨਫੋਰਮੇਸ਼ਨ ਨਹੀਂ ਡਿਸਕਲੋਜ਼ ਕੀਤੀ ਉਹਨਾਂ ਨੇ। ਪਰਹੈਪਸ ਇਹ ਵੀ ਹੋ ਸਕਦਾ ਹੈਗਾ ਵੀ ਇੱਥੇ ਉਹਦੇ ਕੋਲ ਜੌਬ ਆਫਰ ਹੋਣੀ ਚਾਹੀਦੀ ਹੈਗੀ ਆ ਇਹਦੇ ਵਿੱਚ, ਇੱਥੇ ਇੱਦਾਂ ਦੀ ਕੋਈ ਨਾ ਕੋਈ ਉਹਨਾਂ ਨੇ ਅਦਰ ਗਾਈਡਲਾਈਨ ਆਊਗੀ ਹਲੇ। ਪਰ ਫਿਲਹਾਲ ਸੋ ਫਾਰ ਜਿਹੜੀ ਵੀ ਹੈਗੀ ਹੈ ਵੀ ਉਹਨਾਂ ਨੇ ਜਿਹੜੀ ਨੈਗੋਸ਼ੀਏਸ਼ਨ ਕੀਤੀ ਹੈਗੀ ਆ ਵੀ 3000 ਬੰਦੇ ਦੀ ਵਰਕ ਪਰਮਿਟ ਉਹਨਾਂ ਨੇ ਕਿਹਾ ਹੈਗਾ ਅਸੀਂ 18 to 30 years old ਜਿਹੜੇ ਪ੍ਰੋਫੈਸ਼ਨਲਸ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਇੱਧਰ ਨੂੰ ਲੈ ਕੇ ਆਵਾਂਗੇ ਵੀਜ਼ੇ ਬਲੈਦ ਦੇ ਵਿੱਚ। ਪਰ ਇਨ ਰਿਟਰਨ ਉਹਨਾਂ ਨੇ ਕੀ ਕੀਤਾ ਹੈਗਾ ਵੀ ਜਿਹੜੇ ਵੀ ਅਨਡਾਕੂਮੈਂਟਡ ਜਿਹੜੇ ਇੱਥੇ ਮਾਈਗ੍ਰੈਂਟਸ ਜਿਹੜੇ ਹੈਗੇ ਆ ਆਪਣੇ ਭੈਣ ਭਰਾ ਰਹਿੰਦੇ ਹੈਗੇ ਆ ਉਹ ਉਹਨਾਂ ਨੂੰ ਵਾਪਸ ਭੇਜਣ ਦਾ ਉਹਨਾਂ ਦੇ ਨਾਲ ਜਿਹੜੀ ਡੀਲ ਦੇ ਵਿੱਚ ਸਾਈਨ ਕੀਤਾ ਵੀ ਈਜ਼ੀ ਹੋ ਜਾਊਗਾ। ਡਾਕੂਮੈਂਟੇਸ਼ਨ ਉਹਨਾਂ ਦੀ ਐਮਰਜੈਂਸੀ ਟਰੈਵਲ ਡਾਕੂਮੈਂਟਸ ਬਣਾਉਣੇ ਈਜ਼ੀ ਹੋ ਜਾਊਗੇ ਕਿਉਂਕਿ ਇਹ ਡੀਲ ਦੇ ਵਿੱਚ ਆਉਂਦਾ ਹੈਗਾ ਵੀ ਜਿਹੜਾ ਪਹਿਲੇ ਥੋੜ੍ਹਾ ਸਲੋ ਕਾਫੀ ਦੇਰ ਦੇ ਵਿੱਚੋਂ ਤੁਹਾਨੂੰ ਮੈਂ ਜਿੱਦਾਂ ਦੱਸਿਆ ਹੈਗਾ ਵੀ ਕਾਫੀ ਦੇਰ ਤੋਂ ਇਹਨਾਂ ਦੀ ਡਿਸਐਗਰੀਮੈਂਟ ਚੱਲ ਰਿਹਾ ਸੀਗਾ ਵੀ ਕਿਉਂਕਿ ਡਿਲੇ ਬਹੁਤ ਹੁੰਦਾ ਸੀਗਾ ਵੀ ਰਿਸਪੌਂਸ ਨਹੀਂ ਸੀ ਹੁੰਦਾ, ਕਾਫੀ ਲੰਬਾ ਚੌੜਾ ਪ੍ਰੋਸੈਸ ਸੀਗਾ। ਤੇ ਇਹਨਾਂ ਨੇ ਇੱਕ ਜੁਆਇੰਟ ਕਮੇਟੀ ਵੀ ਬਣਾਉਣੀ ਹੈਗੀ ਆ ਜਿਹਦੇ ਵਿੱਚ ਜਿਹੜੇ ਦੋਨੇ ਆਫੀਸ਼ੀਅਲਸ ਜਿਹੜੇ ਹੈਗੇ UK ਦੇ ਤੇ ਇੰਡੀਆ ਦੇ ਇੱਕ ਜੁਆਇੰਟ ਕਮੇਟੀ ਦੇ ਵਿੱਚ ਇਹਨਾਂ ਦੀ ਆਪਸੀ ਇੱਕ ਕਮੇਟੀ ਵੀ ਹੋਣੀ ਹੈਗੀ ਜਿਹਦੇ ਵਿੱਚ ਇਹਨਾਂ ਨੇ ਰਲ ਕੇ ਕੰਮ ਕਰਨਾ ਹੈਗਾ। ਤੇ ਉਹਦੀ ਇਹਨਾਂ ਨੇ ਇਹ ਵੀ ਕਿਹਾ ਵੀ ਹਰ ਇੱਕ ਸਾਲ ਦੇ ਵਿੱਚ ਇੱਕ ਉਹਦੀ ਮੀਟਿੰਗ ਵੀ ਉਹਨਾਂ ਨੇ ਰੱਖਣੀ ਹੈਗੀ ਹੈ ਡਿਸਕਸ ਕਰਨ ਵਾਸਤੇ ਵੀ ਕਿੱਦਾਂ ਪ੍ਰੋਗਰੈਸ ਹੋ ਰਹੀਆਂ ਹੈਗੀਆਂ ਚੀਜ਼ਾਂ ਤੇ ਕਿੱਦਾਂ ਇਹ ਸਾਰਾ ਕੁਝ ਹੋ ਰਿਹਾ ਹੈਗਾ। ਵੀ ਇਹ ਕਾਫੀ ਲੰਬੀ ਡੀਲ ਹੈਗੀ ਹੈ ਜਿਹਦੇ ਵਿੱਚ ਉਹਨਾਂ ਨੇ ਕਿੰਨੇ ਜ਼ਿਆਦਾ ਉਹਦੇ ਵਿੱਚ ਟੋਟਲ 6 ਚੈਪਟਰਸ ਹੈਗੇ ਆ ਜਿਹਦੇ ਵਿੱਚ ਉਹਨਾਂ ਨੇ ਸਾਰਾ ਐਕਸਪਲੇਨ ਕੀਤਾ ਹੈਗਾ। ਤੇ ਬੇਸਿਕਲੀ ਜਿਹੜਾ ਇਹਨਾਂ ਦਾ ਮੇਨ ਮੁੱਦਾ ਹੈਗਾ ਆ ਉਹ ਇਹ ਹੈਗਾ ਆ ਵੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉੱਥੋਂ ਦੀ ਆਉਂਦੇ ਹੈਗੇ ਆ ਕੱਚੇ ਤੌਰ 'ਤੇ ਬੰਦੇ, ਇਹ ਉਹਨਾਂ ਦੇ ਉੱਤੇ ਉਹਨੂੰ ਗ੍ਰਿਪ ਕਰਨਾ ਚਾਹੁੰਦੇ ਹੈਗੇ, ਉਹਨੂੰ ਗ੍ਰਿਪ ਕਰਨਾ ਚਾਹੁੰਦੇ ਹੈਗੇ ਵੀ ਇੱਦਾਂ ਨਾ ਹੋਵੇ। ਕਿਉਂਕਿ ਜਿੱਦਾਂ ਇਹਨਾਂ ਨੇ ਪਹਿਲੇ ਵੀ ਅਸਾਲਮ ਦੀ ਜਿੱਦਾਂ ਪਾਲਿਸੀਜ਼ ਕੱਢੀਆਂ ਹੈਗੀਆਂ ਅਸੀਂ ਜਿਹੜੀ ਪਹਿਲੇ ਵੀ ਸ਼ੋਅ ਕੀਤੇ ਹੈਗੇ ਸਾਰੇ ਬੰਦੇ ਜੇ ਅਸੀਂ ਦੇਖਿਆ ਜਾਵੇ ਤੇ ਜਿਹੜੀ ਇਲੀਗਲ ਇਮੀਗ੍ਰੇਸ਼ਨ ਜਿਹੜੀ ਇੱਥੇ ਜਿਹੜੇ ਬੰਦੇ ਕੱਚੇ ਤੌਰ 'ਤੇ ਆਉਂਦੇ ਹੈਗੇ ਆਪਣੇ ਭੈਣ ਭਰਾ ਜਿਹੜੇ ਵੀ ਉਹਨਾਂ ਉੱਤੇ ਇਹ ਜ਼ਿਆਦਾ ਇਹ ਉਹਨੂੰ ਗ੍ਰਿਪ ਫੜਦੇ ਪਏ ਹੈਗੇ ਆ। ਤੇ ਉਹਨਾਂ ਨੂੰ ਜਿੱਦਾਂ ਅਸੀਂ ਇਸ ਇਹਦੇ ਵੀ ਡੀਲ ਦੇ ਵਿੱਚ ਵੀ ਸਿਰਫ 3000 ਦੀ ਉਹਨਾਂ ਨੇ ਅਪਰੂਵਲ ਕੀਤੀ ਹੈਗੀ ਆ। ਇਹ ਵੱਧ ਵੀ ਸਕਦੀ ਹੈ ਪਰ ਫਿਲਹਾਲ 3 ਦੀ ਲਿਮਿਟ ਹੈਗੀ ਆ। ਤੇ ਇੱਦਾਂ ਇਹ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਡੇਟਾ ਸ਼ੇਅਰ ਕਰਨਾ ਵੀ ਉੱਧਰੋਂ ਦੀ ਜੇ ਕੋਈ ਗਰੁੱਪ ਹੈਗਾ ਜਾਂ ਕੋਈ ਹਿਊਮਨ ਟ੍ਰੈਫਿਕਿੰਗ ਹੁੰਦੀ ਹੈਗੀ ਆ ਜਿਹੜੀ ਜੁਆਇੰਟ ਕਮੇਟੀ ਜਿਹੜੀ ਬਣਨੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਉਸ ਚੀਜ਼ ਨੂੰ ਮੋਨੀਟਰ ਕਰਨਾ ਹੈਗਾ, ਇਨਫੋਰਮੇਸ਼ਨ ਸ਼ੇਅਰ ਕਰਨੀ ਹੈਗੀ ਆ ਤੇ ਉਹਨੂੰ ਸਟਾਪ ਕਿੱਦਾਂ ਕਰਨਾ ਹੈਗਾ। ਕਾਫੀ ਇਹਨਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹਨਾਂ ਨੇ ਡੀਲ ਦੇ ਵਿੱਚ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ, ਹਰ ਚੀਜ਼ ਇਹਨਾਂ ਨੇ ਕਵਰ ਕੀਤੀ ਹੋਈ ਆ ਵੀ ਮੈਂ ਵੀ ਪੜ੍ਹੀ ਹੈਗੀ ਆ ਸਾਰੀ ਹੁਣ ਇਹਦੇ ਵਿੱਚ ਕਾਫੀ ਜ਼ਿਆਦਾ ਪੇਜ ਹੈਗੇ ਆ। ਤੇ ਇਸ ਚੀਜ਼ ਨੂੰ ਉਹਨਾਂ ਨੇ ਡੀਲ ਦੇ ਵਿੱਚ ਲੈ ਕੇ ਆਉਂਦਾ ਹੈਗਾ। ਇਹੀ ਨਹੀਂ ਵੀ ਇੱਕ ਤੁਸੀਂ ਕਾਫੀ ਦੇਰ ਤੋਂ ਤੁਸੀਂ ਸੁਣਦੇ ਹੋਣੇ ਵੀ ਜਿਹੜੇ ਸਟੇਟਲੈਸ ਜਿਹੜੇ ਨਿਆਣੇ ਹੈਗੇ ਆ ਜੇ ਉਹਨਾਂ ਦੇ ਕਈਆਂ ਦੇ ਡਾਕੂਮੈਂਟੇਸ਼ਨ ਨਹੀਂ ਹੁੰਦੀ ਤੇ ਇੱਥੇ ਜਿਹੜੀ ਡੀਲ ਇਹਨਾਂ ਨੇ ਸਾਈਨ ਕੀਤੀ ਉਹਦੇ ਵਿੱਚ ਚੈਪਟਰ 4 ਦੇ ਵਿੱਚ ਇੱਕ ਮਿਸਲੇਨੀਅਸ ਪ੍ਰੋਵੀਜ਼ਨਸ ਵੀ ਬਣਾਈਆਂ ਹੈਗੀਆਂ ਉਹਨਾਂ ਨੇ ਜਿਹਦੇ ਵਿੱਚ ਪੈਰਾਗ੍ਰਾਫ 4 ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਹੈਗਾ ਵੀ ਜੇ ਕੋਈ ਇੱਥੇ ਪੇਰੈਂਟਸ ਜਿਹੜੇ ਹੈਗੇ ਆ ਉਹ ਇੰਡੀਅਨ ਹੈਗੇ ਆ ਤੇ ਉਹਨਾਂ ਦਾ ਕੋਈ ਨਿਆਣਾ ਹੈਗਾ ਆ ਤੇ ਪਹਿਲੇ ਕੀ ਹੁੰਦਾ ਸੀਗਾ ਉਹਦੇ ਵਾਸਤੇ ਇਹਨਾਂ ਦੇ ਕੋਲ ਕੋਈ ਪ੍ਰੋਵੀਜ਼ਨਸ ਨਹੀਂ ਸੀਗੀਆਂ ਕਿ ਜਿਹਦੇ ਵਿੱਚ ਬੱਚੇ ਨੂੰ ਆਪਣਾ ਉਹਦੀ ਮਾਂ ਬਾਪ ਨਾਲ ਇੰਡੀਆ ਭੇਜਣ ਨੂੰ ਉਹਦੀ ਡਾਕੂਮੈਂਟੇਸ਼ਨ ਕੀ ਹੋਊਗੀ। ਪਰ ਇਸ ਡੀਲ ਦੇ ਅੰਦਰ ਉਹਨਾਂ ਨੇ ਇਹ ਵੀ ਸਾਈਨ ਕੀਤਾ, ਇਹ ਵੀ ਪੈਰਾਗ੍ਰਾਫ 4 ਦੇ ਅੰਦਰ ਜਿੱਦਾਂ ਇਹਨਾਂ ਦੇ ਰੱਖਿਆ ਹੋਇਆ ਹੈਗਾ ਡੀਲ ਦੇ ਵਿੱਚ ਹੈਗਾ ਵੀ ਜੇ ਮਾਂ ਬਾਪ ਦੇ ਕੋਲ ਇੰਡੀਅਨ ਡਾਕੂਮੈਂਟੇਸ਼ਨ ਜੇ ਹੈਗੀ ਹੈ ਉਹਨਾਂ ਦੀ ਮਾਂ ਬਾਪ ਦੀ ਜਿਹੜੀ ਨੈਸ਼ਨੈਲਿਟੀ ਜਿਹੜੀ ਹੈਗੀ ਆ ਉਹ ਇੰਡੀਅਨ ਐਸਟੈਬਲਿਸ਼ ਹੋ ਜਾਂਦੀ ਹੈਗੀ ਆ ਤੇ ਜੇ ਉਹਨਾਂ ਦਾ ਕੋਈ ਬੱਚਾ ਹੈਗਾ ਤੇ ਸਿਰਫ ਇੱਕ ਬਰਥ ਸਰਟੀਫਿਕੇਟ ਦਿਖਾ ਕੇ ਇੱਥੇ ਦੀ ਗਵਰਨਮੈਂਟ ਇੰਡੀਅਨ ਗਵਰਨਮੈਂਟ ਦੇ ਕੋਲ ਉਸ ਬੱਚੇ ਦੀ ਵੀ ਇਮਰਜੈਂਸੀ ਟਰੈਵਲ ਡਾਕੂਮੈਂਟਸ ਓਬਟੇਨ ਕਰ ਸਕਦੀ ਹੈਗੀ ਆ। ਇਹ ਇੱਕ ਨਵੀਂ ਡੀਲ ਦੇ ਵਿੱਚ ਇੱਕ ਇਹ ਵੀ ਪ੍ਰੋਵੀਜ਼ਨ ਰੱਖੀ ਹੈਗੀ ਉਹਨਾਂ ਨੇ ਜਿਹਦੇ ਵਿੱਚ ਐਜ਼ ਅ ਫੈਮਲੀ ਰਿਟਰਨ ਜਿਹੜਾ ਹੈਗਾ ਉਹ ਪੋਸੀਬਲ ਹੋ ਸਕਦਾ ਹੈਗਾ। ਹੁਣ ਇਟਸ ਸਕੈਰੀ ਬਟ ਉਹਨਾਂ ਨੇ ਡੀਟੇਲ ਦੇ ਵਿੱਚ ਡੀਲ ਦੇ ਵਿੱਚ ਇਹ ਕਾਫੀ ਚੀਜ਼ਾਂ ਇਹ ਉਹਨਾਂ ਨੇ ਲਿਖੀਆਂ ਹੈਗੀਆਂ ਵੀ ਜਿਹੜੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੋਣ ਦੇ ਵਿੱਚ ਆਉਣੀਆਂ ਹੈਗੀਆਂ ਵੀ ਜਿਹਦੇ ਵਿੱਚ ਇਹ ਚੀਜ਼ਾਂ ਨੂੰ ਕਾਫੀ ਡੀਟੇਲ ਹੈਗੀ ਇਸ ਚੀਜ਼ ਦੀ। ਤੇ ਇਹ ਹੁਣ ਹੌਲੀ ਹੌਲੀ ਜਿੱਦਾਂ ਇਹਦਾ ਆਉਂਦਾ ਜਾਊਗਾ ਉਹਦਾ ਆਪਾਂ ਨੂੰ ਫਿਰ ਹੋਰ ਪਤਾ ਲੱਗਦਾ ਜਾਏਗਾ। ਤੇ ਇਹ ਚੀਜ਼ਾਂ ਨੂੰ ਉਹਨਾਂ ਨੇ ਕਿਹਾ ਹੈਗਾ ਤੇ ਜਿਹੜੀ ਪਰ ਉਹਦੀ ਇੱਕ ਸ਼ਰਤ ਉਹਨਾਂ ਨੇ ਇਹ ਰੱਖੀ ਹੈਗੀ ਆ ਇੰਡੀਅਨ ਗਵਰਨਮੈਂਟ ਨੇ ਵੀ ਜੇ ਤੁਸੀਂ ਜੇ ਇੱਥੇ ਦੀ ਗਵਰਨਮੈਂਟ ਜੇ ਇੰਡੀਅਨ ਗਵਰਨਮੈਂਟ ਨੂੰ ਅਪਲਾਈ ਕਰਦੀ ਹੈਗੀ ਆ ਵੀ ਰਿਟਰਨ ਵਾਸਤੇ ਉਹਨਾਂ ਦੇ ਨੈਸ਼ਨਲਸ ਦੀ ਉਹਨਾਂ ਨੇ ਇੱਕ ਸ਼ਰਤ ਜ਼ਰੂਰ ਰੱਖੀ ਵੀ ਇੱਥੇ ਦੀ ਗਵਰਨਮੈਂਟ ਨੂੰ ਪ੍ਰੂਵ ਕਰਨਾ ਪੈਣਾ ਹੈਗਾ ਵੀ ਉਹ ਇੰਡੀਅਨ ਨੈਸ਼ਨਲਸ ਨੇ। ਤੇ ਉਹਦੇ ਵਿੱਚ ਉਹਨਾਂ ਨੇ ਡਾਕੂਮੈਂਟੇਸ਼ਨ ਇੱਕ ਲਿਸਟ ਬਣਾਈ ਹੈਗੀ ਆ ਵੀ
ਕਿਹੜੀ ਡਾਕੂਮੈਂਟੇਸ਼ਨ ਜਿਹੜੀ ਉਹ ਪ੍ਰੋਡਿਊਸ ਕਰ ਸਕਦੀ ਹੈਗੀ ਯੂਕੇ ਗਵਰਨਮੈਂਟ, ਇੰਡੀਅਨ ਗਵਰਨਮੈਂਟ, ਜਿਹਦੇ ਵਿੱਚ ਉਹਨਾਂ ਨੂੰ ਇੱਕ ਸਟ੍ਰਿਕਟ ਫੋਰਵਰਡ ਐਵੀਡੈਂਸ ਹੋਊਗਾ ਵੀ ਜਿਹੜੇ ਮਾਈਗਰੈਂਟ ਨੂੰ ਉਹ ਇੱਥੇ ਰਿਮੂਵਲ ਉਹਦਾ ਕਰਨਾ ਚਾਹੁੰਦੇ ਹੈਗੇ ਵੀ ਉਹਦੀ ਨੈਸ਼ਨੈਲਿਟੀ ਉਹਦੀ ਐਸਟੈਬਲਿਸ਼ ਹੋ ਰਹੀ ਹੈ ਕਿ ਨਹੀਂ ਹੋ ਰਹੀ। ਫੋਰ ਐਗਜ਼ਾਮਪਲ, ਜੇ ਕੋਈ ਬੰਦਾ ਵੀਜ਼ਾ ਲੈ ਕੇ ਆਇਆ ਹੈਗਾ ਉੱਥੋਂ ਦੀ, ਉਹਦੇ ਪਾਸਪੋਰਟ ਦੀ ਕਾਪੀ ਹੋ ਗਈ, ਉਹਦੀ ਕੋਈ ਵੀ ਹੋਰ ਉਹਦੀ ਆਈਡੈਂਟੀਫਿਕੇਸ਼ਨ ਹੋ ਗਈ, ਉੱਥੋਂ ਐਪਲੀਕੇਸ਼ਨ ਫਾਰਮ ਹੋ ਗਿਆ, ਇੱਦਾਂ ਦੀ ਚੀਜ਼ਾਂ ਜੇ ਉਹ ਸ਼ੋਅ ਕਰ ਦਿੰਦੇ ਹੈਗੇ ਆ ਤੇ ਕਾਫੀ ਈਜ਼ੀ ਹੋ ਜਾਊਗਾ ਇੱਥੇ ਦੀ ਗਵਰਨਮੈਂਟ ਵਾਸਤੇ ਇੰਡੀਅਨ ਗਵਰਨਮੈਂਟ ਨੂੰ ਪ੍ਰੂਵ ਕਰਨਾ, ਦੇ ਇਹਦੇ ਵਿੱਚੋਂ ਨਾ ਨਹੀਂ ਕਰ ਪਾਉਣਗੇ। ਪਲੱਸ ਜੇ ਉਹਨਾਂ ਕੋਲ ਕਿਸੇ ਕੋਲ ਵੈਲਿਡ ਪਾਸਪੋਰਟ ਨਹੀਂ ਹੈਗਾ ਤਾਂ ਐਕਸਪਾਇਰਡ ਪਾਸਪੋਰਟ ਦੀ ਕਾਪੀ ਹੋ ਗਈ ਜਾਂ ਹੋਰ ਕੋਈ ਇੰਡੀਅਨ ਡਾਕੂਮੈਂਟੇਸ਼ਨ ਹੋ ਗਈ, ਉੱਥੇ ਦੀ ਕੋਈ ਵੀ ਚੀਜ਼ ਹੋ ਗਈ। ਕਾਫੀ ਜਿਹੜਾ ਐਨੈਕਸ ਜਿਹੜਾ ਇਹਨਾਂ ਨੇ ਬਣਾਇਆ ਹੈਗਾ ਐਨੈਕਸ 2 ਦੇ ਵਿੱਚ ਕਾਫੀ ਡਿਟੇਲਸ ਦਿੱਤੀਆਂ ਹੈਗੀਆਂ ਵੀ ਆਲਟਰਨੇਟਿਵ ਵੇਜ਼ ਕੀ ਹੈਗੇ ਆ ਜਿਹੜੀ ਉਹਦੀ ਨੈਸ਼ਨੈਲਿਟੀ ਐਸਟੈਬਲਿਸ਼ ਕਰਨ ਨੂੰ, ਇਹ ਵੀ ਉਹਨਾਂ ਨੇ ਦਿੱਤਾ ਹੈਗਾ ਉਹਦੇ ਵਿੱਚ। ਅਤੇ ਇਹ ਕਾਫੀ ਲੰਬੀ ਡੀਲ, ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਵੀ ਕਾਫੀ ਲੰਬੀ ਡੀਲ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਆਉਂਦਾ ਹੈਗਾ, ਇੰਪਲੀਮੈਂਟੇਸ਼ਨ ਦੇ ਵਿੱਚ ਲੈ ਕੇ ਆਉਂਦਾ ਹੈਗਾ। ਅਤੇ ਜਿੱਦਾਂ ਹੁਣ ਟਾਈਮ ਹੋਰ ਪਈ ਜਾਏਗਾ ਅਤੇ ਉੱਦਾਂ ਕਾਫੀ ਸਾਨੂੰ ਹੋਰ ਵੀ ਇਨਫੋਰਮੇਸ਼ਨ ਆਉਂਦੀ ਰਹੂਗੀ। ਅਤੇ ਜਿਹੜੀ ਇੱਕ ਜਿਹਦੇ ਬਦਲੇ ਇੱਕ ਇਹ ਆਪਣਾ ਡੀਲ ਦੇ ਬਦਲੇ ਸਿਰਫ ਇੱਕ ਉਹਨਾਂ ਨੇ ਇੱਕ ਪੋਜ਼ੀਟਿਵ ਪੁਆਇੰਟ ਇਹ ਆਇਆ ਹੈਗਾ ਵੀ ਯੰਗ ਪ੍ਰੋਫੈਸ਼ਨਲ ਸਕੀਮ ਜਿਹੜੀ ਹੈਗੀ ਉਹਨਾਂ ਨੇ ਇੰਟਰੋਡਿਊਸ ਕੀਤੀ ਹੈਗੀ, ਜਿਹਦੇ ਵਿੱਚ 1830 ਸਾਲ ਦੇ 3000 ਪਰ ਈਅਰ ਮਾਈਗਰੈਂਟਸ ਇੰਡੀਆ ਤੋਂ ਇੱਥੇ ਆ ਸਕਣਗੇ ਹੁਣ। ਮੈਂ ਜਰਾ ਇੱਕ ਦਫਾ ਟੈਲੀਫੋਨ ਰਿਪੀਟ ਕਰਦਾ। ਦੇਖੋ ਹੁਣ ਇਕਬਾਲਦੀਪ ਜੀ ਮੈਂ ਗੱਲਾਂ ਕਰਦਾ ਪਿਆ, ਜਦੋਂ ਪ੍ਰੋਫੈਸ਼ਨਲ 3000 ਬੰਦਿਆਂ ਨੂੰ ਵੀਜ਼ੇ ਮਿਲਣਗੇ, ਬੜੇ ਡਿਫਰੈਂਟ ਫੀਲਡ ਦੇ ਵਿੱਚ ਹੈਗੇ ਆ। ਹੁਣ ਤੁਹਾਨੂੰ ਪਤਾ 17 ਤਰੀਕ ਨੂੰ ਪ੍ਰਾਈਮ ਮਿਨਿਸਟਰ ਨੇ ਅਨਾਊਂਸਮੈਂਟ ਕਰਨੀ ਹੈ, ਥੋੜ੍ਹਾ ਹੋਰ ਈਜ਼ ਡਾਊਨ ਕਰ ਰਿਹਾ ਹੁੰਦਾ ਲੋਕਡਾਊਨ। ਬਹੁਤ ਅਪਰਚੂਨਿਟੀ ਹੈਗੀਆਂ। ਪਲੀਜ਼ ਤੁਸੀਂ ਕਾਲ ਕਰੋ, ਆਪਣੇ ਬੱਚੇ ਨੂੰ, ਧੀ ਨੂੰ, ਪੁੱਤਰ ਨੂੰ, ਕਿਸੇ ਨੂੰ ਬੁਲਾਉਣਾ, ਕਿਸੇ ਰਿਸ਼ਤੇਦਾਰ ਨੂੰ ਬੁਲਾਉਣਾ ਜਾਂ ਤੁਸੀਂ ਮਾਂ ਪਿਓ ਨੂੰ ਬੁਲਾਉਣਾ। ਦਿਸ ਇਜ਼ ਦਾ ਰਾਈਟ ਟਾਈਮ। ਹੁਣੇ ਤੁਸੀਂ ਐਪਲੀਕੇਸ਼ਨ ਆਪਣੀ ਪਾਣੀ ਸ਼ੁਰੂ ਕਰੋ ਤਾਂ ਕਿ ਉਹਦੇ ਥੋੜ੍ਹਾ ਟਾਈਮ ਲੱਗ ਜਾਂਦਾ, ਤਾਂ ਕਿ ਤੁਸੀਂ ਕਿਊ ਆਪਣਾ ਮਿਸ ਨਾ ਕਰ ਜਾਵੋ। ਜਿਹੜੇ ਐਲੋਕੇਟ ਕੀਤੇ ਨੇ 3000 ਵੀਜ਼ੇ ਮਿਲਣੇ ਨੇ ਬੰਦਿਆਂ ਨੂੰ, ਪ੍ਰੋਫੈਸ਼ਨਲ ਨੂੰ, ਬੀ ਦ ਫਸਟ ਵਨ ਇਨ ਦਾ ਕਿਊ ਤਾਂ ਕਿ ਤੁਹਾਡੀ ਪਹਿਲਾਂ ਚਾਂਸ ਲੱਗ ਜਾਵੇ। ਟੈਲੀਫੋਨ ਨੰਬਰ ਮੈਂ ਫਿਰ ਰਿਪੀਟ ਕਰ ਦੇਣਾ ਜੋ ਸਕਰੀਨ 'ਤੇ ਆ ਰਿਹਾ 0121 551 1001। ਬੜੀ ਵੱਡੀ ਅਪਰਚੂਨਿਟੀ ਹੈਗੀ ਹੈ। ਇਹ ਮੈਂ ਇਕਬਾਲਦੀਪ ਜੀ ਨਾਲ ਕਨਫਰਮ ਕਰਦਾ। ਇਹ ਤਕਰੀਬਨ ਕਾਫੀ ਸਾਲਾਂ ਤੋਂ ਗੱਲਬਾਤ ਚੱਲਦੀ ਸੀਗੀ ਬਿਟਵੀਨ ਇੰਡੀਆ ਐਂਡ ਯੂਕੇ ਗਵਰਨਮੈਂਟ ਦੇ ਨਾਲ। ਮਤਲਬ ਦਾ 2018 ਦੇ ਵਿੱਚ ਜਿਹੜੀ ਇਹਨਾਂ ਨੇ ਕੀਤੀ ਸੀ ਡੀਲ ਉਹ ਰੱਦ ਹੋ ਗਈ ਸੀ। ਇਜ਼ ਦੈਟ ਰਾਈਟ ਇਕਬਾਲ ਜੀ? ਜੀ ਬਿਲਕੁਲ ਰਾਈਟ ਹੈ। ਵਿੰਡਰੈਸਟ ਸਕੀਮ ਕਰਕੇ ਇਹਦੀ ਇੰਪਲੀਮੈਂਟੇਸ਼ਨ, ਇਹ ਡੀਲ ਤੇ 2018 ਦੀ ਇਹਨਾਂ ਦੀ ਹੋਈ ਸੀਗੀ ਕਾਫੀ ਦੇਰ ਦੇ ਵਿੱਚ। ਇਹਨਾਂ ਦਾ ਬਲੂ ਪ੍ਰਿੰਟ ਵੀ ਰੈਡੀ ਸੀਗਾ, 2018 ਦੇ ਵਿੱਚ ਹੋ ਗਿਆ ਸੀਗਾ। ਪਰ ਫॉर ਸਮ ਰੀਜ਼ਨਸ ਜਿਹੜੀ ਬਾਕੀ ਇਹਨਾਂ ਦੇ ਥੋੜ੍ਹੇ ਜਿਹੀਆਂ ਚੱਲਦੀਆਂ ਸੀਗੀਆਂ, ਵਿੰਡਰੈਸਟ ਸਕੈਂਡਲ ਹੋ ਗਿਆ, ਹੋਰ ਜਿਹੜੇ ਕਈ ਚੀਜ਼ਾਂ ਹੋ ਗਈਆਂ, ਫॉर ਦੈਟ ਰੀਜ਼ਨਸ ਇਹ ਇੰਪਲੀਮੈਂਟੇਸ਼ਨ ਦੇ ਵਿੱਚ ਜਾਂ ਡੀਲ ਨੂੰ ਇਹਨਾਂ ਨੇ ਇਫੈਕਟਿਵਲੀ ਇਹ ਲੈ ਕੇ ਨਹੀਂ ਆ ਸਕੇ ਸਿਗਨੇਚਰਸ ਦੇ ਵਿੱਚ, ਕਿਉਂਕਿ ਉਦੋਂ ਬ੍ਰੈਗਜ਼ਿਟ ਵੀ ਚੱਲ ਰਿਹਾ ਸੀਗਾ ਅਤੇ ਕਾਫੀ ਚੀਜ਼ਾਂ ਇਹ ਆਲਰੇਡੀ ਇਹ ਇੰਪਲਾਂਟ ਹੋ ਚੁੱਕੀਆਂ ਸੀਗੀਆਂ 2018 ਦੇ ਵਿੱਚ। ਅਤੇ ਜਿਹੜੀਆਂ ਕਿ ਹੁਣ ਉਹਨਾਂ ਨੇ ਉਹਦੇ ਜਿੱਦਾਂ ਡਿਸਕਲੋਜ਼ ਹੋ ਰਿਹਾ ਹੈਗਾ, ਹੌਲੀ ਇਹਦੇ ਇਨਫੋਰਮੇਸ਼ਨ ਆਉਂਦੀ ਹੈਗੀ ਆ। ਬਾਕੀ ਜਿਹੜੀ ਲਿਸਟ ਹੈਗੀ ਆ ਪ੍ਰੋਫੈਸ਼ਨਲ ਦੀ, ਬਹੁਤ ਵੱਡੀ ਲਿਸਟ ਹੈਗੀ ਆ। ਅਸੀਂ ਜੇ ਮੈਂ ਉਹਦਾ ਨਾਮ ਲੈਣ ਲੱਗੇ ਤਾਂ ਸਾਰਾ ਟਾਈਮ ਖਤਮ ਹੋ ਜਾਏਗਾ। ਤੁਸੀਂ ਪਲੀਜ਼ ਕਰੋ 0121 551 1001। ਇਕਬਾਲਦੀਪ ਜੀ ਤੁਹਾਡਾ ਕਾਲ ਰਿਟਰਨ ਕਰਨਗੇ। ਤੁਸੀਂ ਖੁੱਲ੍ਹ ਕੇ 1 to 1 ਗੱਲ ਕਰਕੇ ਨਾ, ਔਰ ਕਿਤੇ ਨਾ ਕਿਤੇ ਤੁਹਾਡਾ ਚਾਂਸ ਲੱਗ ਸਕਦਾ। ਬੜੀ ਵੱਡੀ ਫੀਲਡ ਹੈਗੀ ਆ ਜਿੱਥੇ ਕਿ 3000 ਇੱਕ ਸਾਲ ਦੇ ਵਿੱਚ ਬੰਦਿਆਂ ਨੂੰ ਪ੍ਰੋਫੈਸ਼ਨਲ ਨੂੰ ਵੀਜ਼ਾ ਦਿੱਤਾ ਜਾਏਗਾ। ਆਈ ਥਿੰਕ ਜਿਹੜੀ ਹੁਣ ਐਗਰੀਮੈਂਟ ਹੋ ਰਹੀ ਹੈ ਬਿਟਵੀਨ ਇੰਡੀਆ ਐਂਡ ਯੂਕੇ ਗਵਰਨਮੈਂਟ ਨਾਲ, ਬੜੀ ਵੱਡੀ ਅਚੀਵਮੈਂਟ ਹੈਗੀ ਆ। ਬੜੇ ਸਾਲਾਂ ਤੋਂ ਗੱਲ ਚੱਲਦੀ ਸੀ। 2018 ਦੇ ਜਿੱਦਾਂ ਮੈਂ ਦੱਸਿਆ ਇਹ ਗੱਲ ਰੱਦ ਹੋ ਗਈ ਸੀ, ਕੋਈ ਸਮਝੌਤਾ ਨਹੀਂ ਸੀ ਹੋ ਰਿਹਾ। ਹੁਣ ਸਮਝੌਤਾ ਹੋ ਗਿਆ, ਐਗਰੀ ਕੀਤਾ ਉਹਨਾਂ ਨੇ। ਸੋ ਪਲੀਜ਼ ਬਿਫੋਰ ਇਹ ਚੇਂਜਿਸ ਆ ਜਾਣ, ਤੁਸੀਂ ਰਿੰਗ ਕਰਕੇ ਆਪਣਾ ਜਿਹਨੇ ਵੀ ਕਿਸੇ ਬੱਚੇ ਨੇ ਆਉਣਾ, ਧੀ ਨੇ ਆਉਣਾ, ਬੱਚੇ ਨੇ, ਪੁੱਤਰ ਨੇ ਆਉਣਾ ਜਾਂ ਕਿਸੇ ਰਿਸ਼ਤੇਦਾਰ ਨੇ, ਤੁਸੀਂ ਕਾਲ ਕਰਕੇ ਇਕਬਾਲਦੀਪ ਜੀ ਨਾਲ ਗੱਲ ਕਰੋ। ਇਕਬਾਲਦੀਪ ਜੀ ਜਿਹੜੇ ਹੁਣ ਇਹ ਹੈਗੀ ਹੈ ਮੋਬਿਲਿਟੀ ਪਾਰਟਨਰਸ਼ਿਪ ਬਿਟਵੀਨ ਇੰਡੀਆ ਐਂਡ ਯੂਨਾਈਟਿਡ ਕਿੰਗਡਮ, ਉਹਦੇ ਵੀ ਥੋੜ੍ਹਾ ਬਹੁਤਾ ਦੱਸੋ ਕੀ ਹਿਸਾਬ ਆ ਉਹਦਾ? ਹਾਂਜੀ, ਜਿਹੜੀ ਇਹ ਵੀ ਚੀਜ਼ ਹੈਗੀ ਇਹਦੇ ਵਿੱਚ ਪ੍ਰੀਟੀ ਮੱਚ ਆਲਮੋਸਟ ਕਾਫੀ ਕੈਟਾਗਰੀਜ਼ ਉਹਨਾਂ ਨੇ ਇੰਟਰੋਡਿਊਸ ਕੀਤੀਆਂ ਹੈਗੀਆਂ ਵੀ ਜੇ ਤੁਸੀਂ ਜਿਹੜੀ ਯੰਗ ਪ੍ਰੋਫੈਸ਼ਨਲ ਸਕੀਮ ਦੇ ਵਿੱਚ ਜੇ ਤੁਸੀਂ ਇੱਥੇ ਆਉਣਾ ਹੈਗਾ ਅਤੇ ਉਹਨਾਂ ਨੇ ਮੋਬਿਲਿਟੀ ਦੇ ਵਿੱਚ ਇਹ ਵੀ ਕਿਹਾ ਹੈਗਾ ਵੀ ਜੇ ਤੁਸੀਂ ਇੱਥੇ ਆਲਰੇਡੀ 2 ਸਾਲ ਦੇ ਜਿਹੜੇ ਕਿ ਵੀਜ਼ੇ 'ਤੇ ਤੁਸੀਂ ਜੇ ਆਉਂਦੇ ਹੈਗੇ ਆ, ਉਹਨੂੰ ਅੱਗੇ ਐਕਸਟੈਂਡ ਕਰਨ ਵਾਸਤੇ ਵੀ ਉਹਨਾਂ ਨੇ ਪ੍ਰੋਵੀਜ਼ਨਸ ਰੱਖੀਆਂ ਹੈਗੀਆਂ ਵੀ ਤੁਸੀਂ ਹੋਰ ਕਿਸੇ ਕੈਟਾਗਰੀ ਦੇ ਵਿੱਚ ਸਵਿਚ ਕਰ ਸਕਦੇ ਹੈਗੇ ਹੋ। ਅਤੇ ਤੁਸੀਂ ਇਹ ਨਹੀਂ ਹੈਗਾ ਵੀ 2 ਸਾਲ ਦੀ ਲਿਮਿਟ ਹੈਗੀ ਹੈ, ਜੇ ਤੁਹਾਨੂੰ ਕਿਸੇ ਹੋਰ ਚੀਜ਼ ਦੇ ਵਿੱਚ ਤਾਂ ਤੁਹਾਨੂੰ ਮਿਲ ਜਾਂਦੀ ਹੈਗੀ ਆ। ਜਿੱਦਾਂ ਸਕਿਲਡ ਵਰਕਰਸ ਦੇ ਵਿੱਚ, ਹਾਈਲੀ ਸਕਿਲਡ ਪ੍ਰੋਗਰਾਮਸ ਦੇ ਵਿੱਚ ਜਾਂ ਕਿਸੇ ਹੋਰ ਕੈਟਾਗਰੀ ਦੇ ਵਿੱਚ ਜਿਹੜਾ ਮਾਈਗਰੈਂਟ ਹੈਗਾ ਉਹਨੂੰ ਇੱਥੇ ਜੋਬ ਓਪਰਚੁਨਿਟੀ ਮਿਲ ਜਾਂਦੀ ਹੈਗੀ ਤਾਂ ਉਹ ਇੱਥੋਂ ਦੀ ਆਪਣਾ ਵੀਜ਼ਾ ਵਧਾ ਸਕਦਾ ਹੈਗਾ। ਅਤੇ ਬਾਕੀ ਵੈਲਕਮਿੰਗ ਚੇਂਜਸ ਜਿਹੜੀਆਂ ਉਹਨਾਂ ਨੇ ਇੰਟਰੋਡਿਊਸ ਸਟੂਡੈਂਟਸ ਵਾਸਤੇ ਵੀ ਬਹੁਤ ਵੈਲਕਮਿੰਗ ਨਿਊਜ਼ ਲੈ ਕੇ ਆਉਂਦੀਆਂ ਹੈਗੀਆਂ ਵੀ ਜਿਹੜੀ ਕਿ ਐਜੂਕੇਸ਼ਨ ਸੈਕਟਰ ਜਿਹੜਾ ਹੈਗਾ ਉਹਨੂੰ ਵੀ ਇਹਨਾਂ ਨੇ ਕਿਹਾ ਹੈਗਾ ਵੀ ਅਸੀਂ UK ਦੇ ਵਿੱਚ ਪ੍ਰਮੋਟ ਕਰਾਂਗੇ ਜਿਹੜੇ ਇੰਡੀਅਨ ਨੈਸ਼ਨਲਸ ਜਿਹੜੇ ਹੈਗੇ ਆ। ਅਤੇ ਜਿਹੜੀ ਉਹਨਾਂ ਦੀ ਐਜੂਕੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਉਹਨਾਂ ਨੂੰ ਐਕਸਟਰਾ ਟਾਈਮ ਵੀ ਦਿੱਤਾ ਜਾਊਗਾ ਵੀਜ਼ੇ ਦੇ ਵਿੱਚ ਵੀ,
ਉਹਦੀ ਕੋਰਸ ਕੰਪਲੀਸ਼ਨ ਤੋਂ ਬਾਅਦ ਉਹਨਾਂ ਦੀ ਜਿਹੜੀ ਇੰਟਰਨਸ਼ਿਪ ਹੋ ਗਈ ਉਹਨੂੰ ਵੀ ਇਹਨਾਂ ਨੇ ਪ੍ਰਮੋਟ ਕਰਨਾ ਹੈਗਾ। ਦੋਨੇ ਕੰਟਰੀਜ਼ ਨੇ ਕਾਫੀ ਆਪਣੇ ਆਪ ਦੇ ਵਿੱਚ ਇਹਦੇ ਵਿੱਚ ਸਕੀਮ ਦੇ ਵਿੱਚ ਲੈ ਕੇ ਆਉਂਦਾ ਹੈਗਾ ਉਸ ਚੀਜ਼ ਨੂੰ। ਅਤੇ ਇਹਦੇ ਵਿੱਚ ਕਾਫੀ ਚੀਜ਼ਾਂ ਉਹਨਾਂ ਨੇ ਹੋਰ ਵੀ ਇੰਟਰੋਡਿਊਸ ਕੀਤੀਆਂ ਹੈਗੀਆਂ। ਸਰਕੂਲੇਸ਼ਨ ਆਫ ਪਰਸਨ, ਜਿਹੜੇ ਸ਼ਾਰਟ ਸਟੇ ਮਲਟੀਪਲ ਐਂਟਰੀ ਵੀਜ਼ਾ ਵੀ ਉਹਨਾਂ ਨੇ ਇੰਟਰੋਡਿਊਸ ਕੀਤੇ ਹੈਗੇ ਆ। ਜਿਹੜਾ ਵਿਜ਼ਟਰਸ ਵੀਜ਼ਾ ਦੇ ਵਿੱਚ ਉਹਦੇ ਵਿੱਚ ਆਲਮੋਸਟ ਸੇਮ ਹੈ, ਪਰ ਕੁਛ 19-21 ਦੀਆਂ ਉਹਨਾਂ ਨੇ ਐਡੀਸ਼ਨਸ ਕੀਤੀਆਂ ਹੈਗੀਆਂ ਜਿਹੜੀਆਂ ਕਿ ਬੈਨੀਫਿਟ ਕਰ ਸਕਦੀਆਂ ਹੈਗੀਆਂ ਆਪਣੇ ਭੈਣ ਭਰਾਵਾਂ ਨੂੰ। ਅਤੇ ਇੱਦਾਂ ਦੀਆਂ ਕਾਫੀ ਚੇਂਜਸ ਉਹਨਾਂ ਨੇ ਲੈ ਕੇ ਆਉਂਦੀਆਂ ਹੈਗੀਆਂ ਵੀ ਜਿਹੜੇ ਕਿ ਕਾਫੀ ਪੋਜ਼ੀਟਿਵ ਚੇਂਜਸ ਵੀ ਹੈਗੀਆਂ, ਕਈ ਕੁਛ ਨੈਗੇਟਿਵ ਵੀ ਹੈਗੀਆਂ। ਅਤੇ ਓਵਰਆਲ ਇਹ ਡੀਲ ਜਿਹੜੀ ਹੈਗੀ ਆ ਪਰ ਇਹ ਮੇਬੀ ਅਸੀਂ ਕਹਿ ਸਕਦੇ ਹੈਗੇ ਆ ਵੀ ਜਿੱਦਾਂ ਅਸੀਂ ਗੱਲ ਕੀਤੀ ਹੈਗੀ ਆ ਜਿਹੜੀ ਯੂਥ ਪ੍ਰੋਫੈਸ਼ਨਲ ਸਕੀਮ ਦੇ ਵਿੱਚ 3000 ਦੀ ਜਿਹੜੀ ਲਿਮਿਟ ਹੈਗੀ ਆ, ਮੇਬੀ ਉਹ ਲੋਟਰੀ ਸਿਸਟਮ ਹੋ ਸਕਦਾ ਹੈਗਾ, ਕਿਉਂਕਿ ਇਹਦੇ ਵਿੱਚ ਹਾਲੇ ਉਹਨਾਂ ਨੇ ਇਹ ਕ੍ਰਾਈਟੀਰੀਆ ਨਹੀਂ ਦੱਸਿਆ ਵੀ ਕਿਹਨੂੰ ਲੈਣਾ ਹੈਗਾ ਕਿਹਨੂੰ ਨਹੀਂ ਲੈਣਾ ਹੈਗਾ। ਪਰਹੈਪਸ ਇਟ ਕੁਡ ਬੀ ਅ ਲੋਟਰੀ ਸਿਸਟਮ ਵੀ ਉੱਥੋਂ ਦੀ, ਕਿਉਂਕਿ ਇੰਡੀਆ ਦੀ ਪਾਪੂਲੇਸ਼ਨ ਦੇ ਤੁਸੀਂ ਦੇਖੀ ਜਾਵੇ ਕਰੋਨਾ ਦੀ ਪਾਪੂਲੇਸ਼ਨ ਦੇ ਵਿੱਚ ਸਿਰਫ 3000 ਲਿਮਿਟ ਹੈਗੀ ਆ। ਉਹਦੇ ਵਿੱਚ ਇਹ ਕ੍ਰਾਈਟੀਰੀਆ ਹੁਣ ਕਿੱਦਾਂ ਪਿਕ ਐਂਡ ਚੂਜ਼ ਹੋਊਗਾ ਅਤੇ ਇਹਦਾ ਵੀ ਹਾਲੇ ਉਹਨਾਂ ਨੇ ਕੋਈ ਦੱਸਿਆ ਨਹੀਂ ਹੈਗਾ, ਪਰ ਹੋਪਫੁਲੀ ਡਾਊਨ ਦ ਲਾਈਨ ਸਮਵੇਅਰ ਇਹ ਸਾਨੂੰ ਪਤਾ ਲੱਗੂਗਾ ਵੀ ਕੀ ਸਿਸਟਮ ਆ ਸਕਦਾ ਹੈਗਾ। ਜੇ ਸਟੂਡੈਂਟ ਇੰਟਰਨਸ਼ਿਪ ਜਿਹੜੀਆਂ ਹੈਗੀਆਂ ਉਹਦੇ ਵਿੱਚ ਕੀ ਚੇਂਜਸ ਆ ਸਕਦੀਆਂ ਹੈਗੀਆਂ। ਅਤੇ ਜਿਹੜੀ ਇਮੀਗ੍ਰੇਸ਼ਨ ਹੈਗੀ ਆ ਪ੍ਰੋਫੈਸ਼ਨਲਸ ਐਂਡ ਇਕਨੋਮਿਕ ਰੀਜ਼ਨਸ ਦੀ, ਉਹਦੇ ਵਿੱਚ ਵੀ ਇਹਨਾਂ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕਾਫੀ ਰਿਫੋਰਮ ਪੁਆਇੰਟਸ ਇੰਟਰੋਡਿਊਸ ਕੀਤੇ ਹੈਗੇ, ਜਿਹਦੇ ਵਿੱਚ ਕਾਫੀ ਚੀਜ਼ਾਂ ਉਹਨਾਂ ਨੇ ਇਸ ਪਾਲਿਸੀ ਦੇ ਵਿੱਚ ਲਿਖੀਆਂ। 1 by 1 ਤਾਂ ਨਹੀਂ ਜਾ ਸਕਦੇ, ਪਰ ਓਵਰਆਲ ਕਈ ਵੈਲਕਮਿੰਗ ਵੀ ਹੈਗੀਆਂ ਅਤੇ ਕਈ ਥੋੜ੍ਹੀ ਸਟ੍ਰਿਕਟ ਵੀ ਹੈਗੀਆਂ। ਪਰ ਇਹ ਵੀ ਇਹ ਤੋਂ ਇਹ ਪਤਾ ਲੱਗਦਾ ਹੈਗਾ ਵੀ ਉਹ ਜਿਹੜੀ ਇੱਥੇ ਦੀ ਇਮੀਗ੍ਰੇਸ਼ਨ ਜਿਹੜੀ ਹੈਗੀ ਆ, ਇੱਥੇ ਇੰਡੀਆ ਤੋਂ ਜਿਹੜੀ ਮੋਬਿਲਿਟੀ ਜਿਹੜੀ ਹੈਗੀ ਆ ਉਹਨੂੰ ਪ੍ਰਮੋਟ ਕਰਨਾ ਚਾਹੁੰਦੀ ਹੈਗੀ ਆ। ਉੱਥੋਂ ਦੇ ਜਿਹੜੇ ਪੜ੍ਹੇ ਲਿਖੇ ਜਿਹੜੇ ਆਪਣੇ ਬ੍ਰਾਈਟਨਸ ਐਂਡ ਬੈਸਟ ਜਿਹੜੇ ਇਹਨਾਂ ਦਾ ਸਲੋਗਨ ਇਹਨਾਂ ਦਾ ਚੱਲਦਾ ਪਿਆ ਹੈਗਾ, ਉਹਨੂੰ ਇਹ ਜ਼ਿਆਦਾ ਤੋਂ ਜ਼ਿਆਦਾ ਇੰਪਲੀਮੈਂਟੇਸ਼ਨ ਦੇ ਵਿੱਚ ਲੈ ਕੇ ਆ ਰਹੇ ਹੈਗੇ ਆ। ਅਤੇ ਉਹਦੇ ਵਿੱਚ ਇਹ ਵੱਧ ਤੋਂ ਵੱਧ ਇੰਡੀਆ ਦੇ ਵਿੱਚੋਂ ਜਿਹੜੀ ਕਰੀਮ ਹੈਗੀ ਆ ਉੱਥੋਂ ਦੇ ਸਟੂਡੈਂਟਸ ਜਿਹੜੇ ਹੈਗੇ ਆ ਇਹ ਲਿਆਉਣ ਦੀ ਉਹਦੇ ਵਿੱਚ ਇਹਨਾਂ ਨੇ ਕਾਫੀ ਫਲੈਕਸੀਬਿਲਿਟੀ ਰੱਖੀ ਹੈਗੀ ਆ। ਕਾਫੀ ਪ੍ਰੋਮਿਸਿੰਗ ਚੇਂਜਸ ਹੈਗੀਆਂ ਇਹ ਵਾਲੀਆਂ ਵੀ ਜਿਹੜੀਆਂ ਕਿ ਸਟੂਡੈਂਟਸ ਨੂੰ ਵੀ ਬੈਨੀਫਿਟਸ ਕਰਨਗੀਆਂ। ਅਤੇ ਜਿਹੜਾ ਕਿ ਅਸੀਂ ਪਹਿਲਾਂ ਵੀ ਕੀਤਾ ਹੈਗਾ ਵੀ ਕਈ ਚੇਂਜਸ ਜਿਹੜੀਆਂ ਇਹਨਾਂ ਨੇ ਇੰਟਰੋਡਿਊਸ ਕੀਤੀਆਂ ਉਹ ਆਲਰੇਡੀ ਅਸੀਂ ਡਿਸਕਸ ਕਰ ਚੁੱਕੇ ਹਾਂ। ਜਿੱਦਾਂ ਫੋਰ ਐਗਜ਼ਾਮਪਲ ਪੋਸਟ ਸਟੱਡੀ ਵਰਕ ਪਰਮਿਟ ਸਿਸਟਮ, ਜਿਹਦੇ ਵਿੱਚ ਇਹਨਾਂ ਨੇ 2 ਸਾਲ ਦਾ ਵਰਕ ਪਰਮਿਟ ਦੇਣਾ ਹੈਗਾ ਜਿਹੜੇ ਕਿ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨਗੇ, ਅਤੇ 3 ਸਾਲ ਦਾ ਉਹਨਾਂ ਵਾਸਤੇ ਜਿਹਨਾਂ ਦੀ PhD ਹੋਊਗੀ ਇਹ ਵੀ ਪਾਲਿਸੀ ਦੇ ਵਿੱਚ ਹੈਗਾ ਆ। ਅਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਕੀਤੀਆਂ ਹੈਗੀਆਂ। ਅਤੇ ਬਾਕੀ ਇਸ ਤੋਂ ਇਲਾਵਾ ਵੀ ਉਹਨਾਂ ਨੇ ਕੁਛ ਰਿਫੋਰਮਸ ਲੈ ਕੇ ਆਉਂਦੇ ਹੈਗੇ, ਜਿੱਦਾਂ ਅਸੀਂ ਪਹਿਲੇ ਸ਼ੋਅ 'ਤੇ ਵੀ ਗੱਲ ਕੀਤੀ ਸੀਗੀ ਬਈ ਜਿਹੜੇ ਇੱਥੇ ਜਿਹੜੇ ਨਿਆਣੇ ਹੈਗੇ ਆ ਸਟੇਟਲੈਸ ਪ੍ਰੋਵੀਜ਼ਨਸ ਜਿਹੜੀ ਬ੍ਰਿਟਿਸ਼ ਨੈਸ਼ਨੈਲਿਟੀ ਐਕਟ ਦੀਆਂ ਜਿਹੜੀਆਂ ਹੈਗੀਆਂ ਵੀ ਅਸੀਂ ਪਿਛਲੇ ਸ਼ੋਅ 'ਚ ਵੀ ਗੱਲ ਕੀਤੀ ਸੀਗੀ, ਉਹਦੀ ਥੋੜ੍ਹੀ ਹੋਰ ਵੀ ਇਨਫੋਰਮੇਸ਼ਨ ਹੁਣ ਆਉਣੀ ਸ਼ੁਰੂ ਹੋ ਗਈ ਹੈਗੀ ਆ ਵੀ। ਅਤੇ ਉਹਦੇ ਵਿੱਚ ਜਿਹੜਾ ਬ੍ਰਿਟਿਸ਼ ਨੈਸ਼ਨੈਲਿਟੀ ਐਕਟ ਜਿਹੜਾ ਹੈਗਾ ਵੀ ਜਿਹੜੇ ਬੱਚੇ ਇੱਥੇ ਰਹਿੰਦੇ ਹੈਗੇ ਆ ਪੇਰੈਂਟਸ ਦੇ ਮਾਂ ਬਾਪ ਦੇ ਨਾਲ, ਜਿੱਦਾਂ ਮੈਂ ਹੁਣੇ ਤੁਹਾਨੂੰ ਦੱਸਿਆ ਸੀਗਾ ਵੀ ਜੇ ਕੋਈ ਨਿਆਣਾ 5 ਸਾਲ ਤੋਂ ਥੱਲੇ ਹੈਗਾ ਆ ਅਤੇ ਜੇ ਉਹਦੇ ਪੇਰੈਂਟਸ ਦੀ ਨੈਸ਼ਨੈਲਿਟੀ ਐਸਟੈਬਲਿਸ਼ ਹੋ ਜਾਂਦੀ ਹੈਗੀ ਆ ਅਤੇ ਉਹਦੀ ਐਮਰਜੈਂਸੀ ਟਰੈਵਲ ਡਾਕੂਮੈਂਟ ਈਜ਼ੀ ਹੋ ਜਾਣਗੇ ਬਣਾਉਣੇ। ਅਤੇ ਪਲੱਸ ਜਿਹੜੀ ਇਹਨਾਂ ਦਾ ਕਰੰਟ ਜਿਹੜਾ ਰੂਟ ਹੈਗਾ ਬ੍ਰਿਟਿਸ਼ ਨੈਸ਼ਨੈਲਿਟੀ ਐਕਟ ਦਾ ਵੀ ਜਿਹੜਾ ਬੱਚਾ ਸਟੇਟਲੈਸ ਹੈਗਾ ਉਹਨੂੰ ਲੈ ਕੇ ਆ ਰਹੇ ਹੈਗੇ ਆ ਕਿ ਉਸ ਰੂਟ ਨੂੰ ਵੀ ਇਹ ਜਿੱਦਾਂ ਟਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਕਿ ਇੱਕ ਬੜਾ ਚੰਗਾ ਰੂਟ ਸੀਗਾ ਜਿਹਦੇ ਵਿੱਚ ਆਪਣੀ ਕਾਫੀ ਭੈਣ ਭਰਾਵਾਂ ਨੂੰ ਇੱਥੇ ਸਟੇ ਮਿਲੀ ਹੈਗੀ ਆ ਅਤੇ ਉਹਨਾਂ ਨੂੰ ਇਸ ਚੀਜ਼ ਦਾ ਵੀ ਪਤਾ ਲੱਗ ਗਿਆ। ਪਰ ਅਤੇ ਇਸ ਕਰਕੇ ਉਹ ਉਸ ਚੀਜ਼ 'ਤੇ ਵੀ ਜਿੱਦਾਂ ਗ੍ਰਿਪ ਕੋਸ਼ਿਸ਼ ਕਰਦੇ ਪਏ ਕੱਸਣ ਦੀ, ਜਿਹਦੇ ਵਿੱਚ ਉਹਨਾਂ ਨੇ ਡੀਲ ਦੇ ਵਿੱਚ ਸਪੈਸੀਫਿਕਲੀ ਇਹ ਸਾਈਨ ਕਰਾਇਆ ਵੀ ਜੇ ਕੋਈ ਪੇਰੈਂਟਸ ਦੀ ਨੈਸ਼ਨੈਲਿਟੀ ਜੇ ਐਸਟੈਬਲਿਸ਼ ਹੁੰਦੀ ਹੈ ਕਿਤੇ ਬੱਚੇ ਨੂੰ ਵੀ ਨਾਲ ਐਮਰਜੈਂਸੀ ਟਰੈਵਲ ਡਾਕੂਮੈਂਟ ਦੇ ਕੇ ਫੈਮਿਲੀ ਰਿਟਰਨ ਇਕੱਠਾ ਕੀਤਾ ਜਾਵੇ। ਇਹ ਚੀਜ਼ਾਂ ਜਿਹੜੀਆਂ ਨੈਸ਼ਨੈਲਿਟੀ ਐਕਟ ਨੂੰ ਜਿਹੜੀਆਂ ਹੈਗੀਆਂ ਉਹ ਵੀ ਅਫੈਕਟ ਕਰਨਗੀਆਂ। ਪਲੱਸ ਉਹ ਨੈਸ਼ਨੈਲਿਟੀ ਐਕਟ ਦੇ ਵਿੱਚ ਆਲਰੇਡੀ ਕੰਸਲਟੇਸ਼ਨ ਚੱਲਦੀ ਪਈ ਹੈਗੀ ਜਿਹੜੀ ਕਿ 6 ਮਈ ਨੂੰ ਫਿਨਿਸ਼ ਹੋਈ ਹੈਗੀ ਆ, ਪਰ ਉਹਦਾ ਕੰਸਲਟੇਸ਼ਨ ਪੀਰੀਅਡ ਹੁਣ ਵਧਣਾ ਹੈਗਾ ਕਿਉਂਕਿ ਕਾਫੀ ਓਬਜੈਕਸ਼ਨਸ ਹੋਈਆਂ ਸੀਗੀਆਂ ਵੀ ਇਹ ਬਹੁਤ ਸ਼ਾਰਟ ਟਾਈਮ ਹੈਗਾ, ਕਿਉਂਕਿ ਸਿਰਫ ਇੰਡੀਅਨ ਨੈਸ਼ਨਲਸ ਨਹੀਂ ਹੋਰ ਵੀ ਨੈਸ਼ਨਲਸ ਜਿਹੜੇ ਹੈਗੇ ਆ ਜਿਹੜੇ ਬੱਚੇ ਸਟੇਟਲੈਸ ਹੁੰਦੇ ਉਹਨਾਂ ਉੱਤੇ ਵੀ ਇਹ ਇਫੈਕਟ ਹੈਗਾ ਆ ਵੀ ਕਿਉਂਕਿ ਜਸਟ ਇੰਡੀਅਨ ਨੈਸ਼ਨਲਸ ਵਾਸਤੇ ਨਹੀਂ ਇਹਨਾਂ ਨੇ ਓਵਰਆਲ ਇਹ ਚੀਜ਼ ਬਣਾਉਣੀ ਹੈਗੀ ਆ। ਅਤੇ ਫਿਲਹਾਲ ਮੈਨੂੰ ਕਾਫੀ ਫੋਨ ਆ ਰਹੇ ਹੈਗੇ ਵੀ ਹਾਲੇ ਕਦੋਂ ਚੇਂਜ ਹੋਣਾ। ਸਿਰਫ ਮੈਂ ਸਭ ਨੂੰ ਇਹੀ ਦੱਸਣਾ ਚਾਹੁੰਦਾ ਹੈਗਾ ਹਾਲੇ ਜਿਹੜਾ 5 ਸਾਲ ਵਾਲਾ ਸਟੇਟਲੈਸ ਜਿਹੜਾ ਕੇਸਿਸ ਜਿਹੜੇ ਆਪਣੇ ਚੱਲਦੇ ਪਏ ਸੀਗੇ ਹਾਲੇ ਉਹ ਚੱਲ ਰਹੇ ਹੈਗੇ, ਸਿਰਫ ਕੰਸਲਟੇਸ਼ਨ ਪੀਰੀਅਡ ਹਾਲੇ ਆਇਆ ਹੈਗਾ ਆ। ਪਰ ਹਾਲੇ ਜਦੋਂ ਇਹਦੇ ਵਿੱਚ ਅਮੈਂਡਮੈਂਟ ਕਦੋਂ ਆਉਣੀ ਹੈਗੀ ਆ ਹਾਲੇ ਉਹਦੀ ਉਹਨਾਂ ਨੇ ਕੋਈ ਡੇਟ ਫਾਈਨਲਾਈਜ਼ ਨਹੀਂ ਕੀਤੀ ਹੈਗੀ। ਅਤੇ ਜੇ ਤੁਹਾਡੇ ਕੋਈ ਨਿਆਣੇ ਅਗਲੇ ਕੁਛ ਟਾਈਮ ਦੇ ਵਿੱਚ 5 ਸਾਲ ਦੇ ਹੋ ਰਹੇ ਤਾਂ ਹੋਪਫੁਲੀ ਉਹ ਐਡਵਾਂਟੇਜ ਲੈ ਸਕਣਗੇ ਇਸ ਰੂਟ ਦਾ। ਫਿਲਹਾਲ ਹਾਲੇ ਬੰਦ ਨਹੀਂ ਹੋਇਆ ਹੈਗਾ, ਪਰ ਸੂਨ ਇਹ ਬੰਦ ਹੋਣ ਵਾਲਾ ਹੈਗਾ ਵੀ ਜਿਹੜੇ ਵੀ ਇਸ ਕੈਟਾਗਰੀ ਦੇ ਵਿੱਚ ਜਿਹੜੇ ਹੈਗੇ ਅਤੇ ਆਪਣੀ ਤੁਸੀਂ ਤਿਆਰੀ ਕਰ ਸਕਦੇ ਹੈਗੇ ਹੋ। ਅਤੇ ਜਦੋਂ ਕੰਸਲਟੇਸ਼ਨ ਪੀਰੀਅਡ ਹੋਲੇ ਤਾਂ ਫਿਲਹਾਲ ਐਕਸਟੈਂਡ ਹੋਇਆ ਹੈਗਾ ਜਿਹੜੀ ਕਿ ਗੁੱਡ ਨਿਊਜ਼ ਹੈਗੀ ਆ।
ਤੇ ਇਨ ਦ ਡਾਊਨ ਦ ਲਾਈਨ ਜੇ ਜਦੋਂ ਵੀ ਕੋਈ ਨਾ ਕੋਈ ਉਹਨਾਂ ਦੇ ਕੱਟ ਆਫ ਟਾਈਮ ਜਦੋਂ ਆ ਜਾਊਗਾ ਤੇ ਅਸੀਂ ਇੱਥੇ ਆਪਣੇ ਵਿਊਅਰਸ ਨੂੰ ਅਸੀਂ ਇਨਫੋਰਮ ਕਰਦੇ ਰਵਾਂਗੇ। मैं हमेशा कहना हूँ कि प्लीज़ एवरी टाइम मैं रिपीट कर दूँ अकाल चलने देखा करो एवरी मंडे 6 to 7 o'clock एक्सपर्ट इकबालदीप जी इमीग्रेशन के लॉयर अप टू डेट जी इन्फॉर्मेशन मिलती है जो निकलती है बड़ी साड़ी ना टाइम सिर असी उस दिन थोड़े पास लैके कोशिश करते कि लैके थोड़े पास आइए। बहुत एजुकेशनल बड़ा इन्फॉर्मेटिव शो होंगे अप टू डेट थोड़ी इन्फॉर्मेशन मिलती है थोड़े घर बैठे यू डोंट हैव टू गो राउंड कि मैं अकेला वकील लभा मैं कितने जावा मैं किनू रिंग करा। All you go today to Sky 770 every Monday आप 6 तो ट्यून इन करो हर तरह का इमीग्रेशन का सवाल इकबालदीप जी एक्सपर्ट है तुहानू देंगे। हुण जिदा मैं बार बार कहना कि बहुत अपॉर्चुनिटीज़ है ने जो लॉकडाउन ईज डाउन हो जाएगा दे गोइंग टू गिव वीज़ा टू 3000 पीपल पर ईयर टू प्रोफैशनल्स बहुत वड्डी लिस्ट हैगी है तो तुसीं इकबालदीप जी नाल गल करके देखो कि तुसीं की इकबालदीप जी एक गल हो रही है अगर किसी ने बहुत थोड़ा टाइम रहा मैं जरा अपनी समाप्ति वाल जाने अगर कोई उत्थे थोड़ा बहुत एक्सपीरियंस है उन्हें इत्थे आन के कोर्स करना हो मैडिकल का जो प्रोफैशन वो हो सकता है ਜੇ ਉਹਦੇ ਵਾਸਤੇ ਸਟੂਡੈਂਟ ਵੀਜ਼ਾ ਹੈਗਾ ਜੇ ਕਿਸੇ ਨੇ ਸਮਾਲ ਕੋਰਸ ਕਰਨਾ ਹੈਗਾ ਤੇ ਉਹ ਇੱਥੇ ਆ ਕੇ ਕੋਰਸ ਕਰਕੇ ਇੰਡੀਆ ਜਾ ਕੇ ਉੱਥੋਂ ਦੀ ਜਿੱਦਾਂ ਤੁਸੀਂ ਇਸ ਯੂਥ ਜਿਹੜੀ ਸਕੀਮ ਨਵੀਂ ਚੱਲੀ ਹੈਗੀ ਉਹਦੇ ਵਿੱਚ ਐਂਟਰ ਕਲੀਅਰੈਂਸ ਲੈ ਕੇ ਆ ਸਕਦਾ ਹੈਗਾ ਜਾਂ थैंक यू सो मच माफ़ी चाहांगा तो मैं इजाजत टाइम जो है वो रिस्पैक्ट करनी पैंदी है ऐसे सबजैक्ट उपर असीं नैक्सट वीक गलबात करेंगे स्टूडेंट वीज़ा बारे और जां तुसीं थोड़ा बहुता कोर्स करता इंडिया तुसीं इत्थे आन के कंप्लीट करना चाहते हो बड़ी अच्छी इन्फॉर्मेशन नैक्सट वीक असीं कवर करांगे। मैं इकबालदीप जी नूं पूछांगा कि ਉਹਦਾ ਕੀ ਰਸਤਾ ਹੈਗਾ ਕੀ ਕਰਨਾ ਚਾਹੀਦਾ ਕਿਹੜੇ ਡਾਕੂਮੈਂਟੇਸ਼ਨ ਚਾਹੀਦੇ ਨੇ ਕਿਸ ਤਰ੍ਹਾਂ ਦੇ ਕੋਰਸ ਹੈਗੇ ਨੇ ਜਿਹੜੇ ਪ੍ਰੋਫੈਸ਼ਨਲ ਹੈਗੇ ਕਿ ਤੂੰ ਇੱਥੇ ਆਣ ਕੇ ਅਪਲਾਈ ਕਰ ਸਕਦੇ ਹੋ। ਨੈਕਸਟ ਵੀਕ सेम टाइम सेम प्लेस पे दोनों मुलाकात करेंगे। जब तक रब रखा वाहिगुरू जी का खालसा वाहिगुरू जी की फतेह।